क्योंकि नाम खालसा कॉलेज है तो नाम खालसा कॉलेज होने के नाते उत्थे लचरता फैलाई जा रही सी। एक धार्मिक संस्था दे वल्लों मैं उहदा नाम नहीं लेना चाहांगा, डॉक्टर सरबजीत सिंह जिहड़ा एक सरकारी डॉक्टर है ਉਹਦੇ ਵੱਲੋਂ बीजेपी ਦੇ ਨਾਲ ਗੱਠਜੋੜ ਕਰਕੇ ਰਜਿੰਦਰ ਸਿੰਘ ਮੋਹਨ ਸ਼ੀਨਾ ਜਿਹੜਾ 2017 ਦੇ ਵਿੱਚ ਲੋਕ ਸਭਾ ਮੈਂਬਰ ਖੜਿਆ ਸੀ ਅੰਮ੍ਰਿਤਸਰ ਸਾਹਿਬ ਤੋਂ बीजेपी ਵੱਲੋਂ ਉਹਦੇ ਨਾਲ ਗੱਠਜੋੜ ਕਰਕੇ ਹੁਣ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਦੇਖਣ ਵਾਲੀ ਗੱਲ ਹੈ ਕਿ ਇੱਕ ਪਾਸੇ ਦਿੱਲੀ ਦੀਆਂ ਸੜਕਾਂ ਦੇ ਉੱਪਰ ਕਿਸਾਨ ਮੰਗਤਿਆਂ ਦੀ ਤਰ੍ਹਾਂ ਹੱਥਾਂ ਦੇ ਵਿੱਚ ਠੂਠੇ ਲੈ ਕੇ ਉੱਥੇ ਨਿਤ ਉਹਨਾਂ ਦੀਆਂ ਮੌਤਾਂ ਹੋ ਰਹੀਆਂ, ਪਰ ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ, ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਉਹ ਕਿਸ ਤਰ੍ਹਾਂ ਜਿਹੜਾ बीजेपी ਦੇ ਨਾਲ ਜਿਹੜੀ ਸਿੱਖ ਵਿਰੋਧੀ ਤਾਕਤ ਉਹਦੇ ਨਾਲ ਰਲ ਕੇ ਇੱਕ ਸਮਾਗਮ ਕਰ ਰਹੇ ਉੱਥੇ ਵੀਰ ਜੀ ਤੁਸੀਂ ਜਦੋਂ ਵਿਰੋਧਤਾ ਕਰਦੇ ਜੇ ਉੱਥੋਂ ਤੁਹਾਨੂੰ ਕਿਤੇ ਉਹਨਾਂ ਦੇ ਚਹੇਤਿਆਂ ਵੱਲੋਂ ਪਾਸੇ ਕਰ ਦਿੱਤਾ ਜਾਂਦਾ ਹੈ ਜਾਂ ਉੱਥੇ ਕੁਝ ਤੂੰ ਮੈਂ ਵੀ ਹੁੰਦੀ ਹੈ ਵੀ ਜਿਸ ਕਰਕੇ ਬਾਅਦ ਦੇ ਵਿੱਚ ਤੁਸੀਂ ਕਾਲ ਵੀ ਲਾਉਂਦੇ ਹੋ ਜੀ। ਸਭ ਤੋਂ ਪਹਿਲਾਂ ਜਿਹੜਾ ਰਜਿੰਦਰ ਮੋਹਨ ਸਿੰਘ ਸ਼ੀਨਾ ਸੀ ਕਿਉਂਕਿ ਖਾਲਸਾ ਕਾਲਜ ਦਾ ਉਹ ਸੈਕਟਰੀ ਆ, ਸਭ ਤੋਂ ਪਹਿਲਾਂ ਮੈਂ ਉਹਦਾ ਵਿਰੋਧ ਕਰਦਾ ਹਾਂ कि ये जिहड़ा समागम होया एक सिखां दी सरमौर संस्था है खालसा कॉलेज अमृतसर है और दूजा खालसा रीच फाउंडेशन वालों जिहदा मनोरथ लंगर चलै गुर शब्द संस्था दा और खालसा रीच फाउंडेशन दा मनोरथ केवल एक है पिंडां दे विच जाके सिੱਖੀ ਦਾ प्रचार करना, लोकां नूं जागरूकता लैके आउणी, लोकां नूं सिੱਖੀ दे नाल जोड़ना। पर तुसीं सिੱਖੀ दी आड़ दे विच जिहड़ा काम कराया एक बीजेपी दे नाल रल के जिन्हां दी वजह दे नाल साडे वीर मारे आ और एक ਜਿਹੜਾ ਤੁਸੀਂ ਇਹ ਸਮਾਗਮ ਕਰਵਾਇਆ ਇਹਦੇ ਵਿੱਚ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਜਿਹੜਾ ਵਿਰੋਧਤਾ ਬਾਣੀ ਦੀ ਜਿਹੜਾ ਹੈ ਨਰਾਦਰੀ ਹੋਈ ਹੈ, ਤਾਂ ਇਹ ਜਿਹੜਾ ਸਮਾਗਮ ਸੀ ਤੁਹਾਨੂੰ ਨਹੀਂ ਕਰਨਾ ਚਾਹੀਦਾ। ਤਾਂ ਉਹ ਜਿਹੜਾ बीजेपी ਦਾ ਜਿਹੜਾ ਹੈਗਾ ਸੀ ਸੰਚਾਲਕ ਉਹਨੇ ਮੇਰੇ ਜਦੋਂ ਇਸ ਤਰ੍ਹਾਂ ਦੇ ਸਵਾਲ ਸੁਣੇ ਵੀ ਕਿਹੜਾ ਇਸ ਤਰ੍ਹਾਂ ਦਾ ਬੰਦਾ ਜਿਹੜਾ ਮੈਨੂੰ ਇਸ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ, ਖਾਲਸਾ ਕਾਲਜ ਸਾਡਾ ਹੈ क्योंकि जो पंथ विरोधी ताकतां भारू हो चुकी ना, वो मेरा जवाब देने की बजाय तलखी दे विच आया, उन्हें प्रधान नूं बुलाया, प्रधान ने मेरे नाल मतलब एक बहुत मिसबिहेव किया, पर मैं उत्थे ये नहीं डरिया कि इन्हां दे कोल पुलिस है जां किस तरह दा है, पर मैं कहा भी ये जो सानूं दिता होया गुरु पातशाह दा तां असीं किन्ने नमक हराम आ जे गुरु पातशाह दे सिद्धांत दे उपर पैरा नहीं दे सकदे तां। गुरबाणी खंड-बाणी देख रही देश विदेश दीयां सारियां संगतां दा स्वागत है। मैं हाँ सुखवंत सिंह मखू। दर्शकों हर वार किसी नवे मुद्दे उपर तुहाडी सेवा विच हाज़र होईदा। पिछे जी 5-7 दिन हो गए जिहड़ी घटना वापरी सी खालसा कॉलेज अमृतसर साहिब विखे जिथे कि लचरता वाले गीत लगाए गए, उस तो बाद दे विच पुछण दी जिहड़ी हिम्मत कीती गई एक रिपोर्टर वीर वल्लों ते उत्थे उन्हां ने अपणियां सफाइयां भी दित्तियां ते बहुत कुछ ਉਹਨਾਂ ਦਾ ਅੱਗੋਂ ਕਹਿਣਾ ਸੀ ਤੁਸੀਂ ਉਹ ਆਡੀਓ ਜਿਹੜੀ ਲੀਕ ਹੋਈ ਹੈ ਉਹ ਸੁਣ ਚੁੱਕੇ ਹੋਵੋਗੇ, ਸਾਡੇ ਚੈਨਲ ਤੇ ਵੀ ਚੱਲ ਚੁੱਕੀ ਹੈ ਤੇ ਜਿਨ੍ਹਾਂ ਨੇ ਗੱਲਬਾਤ ਕੀਤੀ ਸੀ ਵੀਰ ਰਜਿੰਦਰ ਸਿੰਘ ਸੀ। ਤੇ ਸਭ ਤੋਂ ਪਹਿਲਾਂ ਦਰਸ਼ਕੋ ਇਹਨਾਂ ਨਾਲ ਫਤਿਹ ਦੀ ਸਾਂਝ ਪਾਉਣੇ ਸਵਾਗਤ ਕਰਦੇ ਹਾਂ। ਵੀਰ ਰਜਿੰਦਰ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਬਾਣੀ ਅਖੰਡ ਬਾਣੀ ਚੈਨਲ ਦਾ ਤੁਹਾਡੀ ਸਮੂਹ ਟੀਮ ਦਾ ਔਰ ਤੁਹਾਡਾ ਸੁਖਵੰਤ ਸਿੰਘ ਦਾ ਮੈਂ ਧੰਨਵਾਦ ਕਰਦਾ ਹਾਂ ਜੀ, ਜਿਨ੍ਹਾਂ ਨੇ ਇੱਕ ਵਿਸ਼ੇਸ਼ ਵਿਸ਼ੇ ਦੇ ਉੱਪਰ ਜਿੱਥੇ ਗੱਲਬਾਤ ਕਰਨੀ ਬਣਦੀ ਸੀ ਉਹ ਸਮਾਂ ਕੱਢ ਕੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਸਵਾਗਤ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ। ਵੀਰ ਜੀ ਦਰਸ਼ਕ ਜਾਣਨਾ ਚਾਹੁੰਦੇ ਆ ਵੀ ਅਸਲ ਦੇ ਵਿੱਚ ਸਾਰਾ ਭਾਣਾ ਜਿਹੜਾ ਵਾਪਰਿਆ ਉੱਥੇ ਉਹ ਕੀ ਮਕਸਦ ਸੀ, ਉਹ ਪਲਾਨ ਅਧੀਨ ਸੀ ਜਿਹੜਾ ਕੰਮ ਹੋਇਆ ਜਾਂ ਕੋਈ ਇਹਦੇ ਪਿੱਛੇ ਕੋਈ ਰੰਜਿਸ਼ ਸੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ? ਕਿਉਂਕਿ ਨਾਮ ਖਾਲਸਾ ਕਾਲਜ ਹੈ ਤੇ ਨਾਮ ਖਾਲਸਾ ਕਾਲਜ ਹੋਣ ਦੇ ਨਾਤੇ ਉੱਥੇ ਲੱਚਰਤਾ ਫੈਲਾਈ ਜਾ ਰਹੀ ਸੀ। ਵੀਰ ਜੀ ਇੱਕ ਬੜੀ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਸੀ ਅੱਜ ਉਹ ਗੈਰਾਂ ਦੇ ਹੱਥਾਂ ਦੇ ਵਿੱਚ ਜਾ ਚੁੱਕੀਆਂ, ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਜਾ ਚੁੱਕੀਆਂ। ਇਹ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਇੱਕ ਸਿੱਖਾਂ ਦੀ ਬਹੁਤ ਵੱਡੀ ਸਰਮੌਰ ਸੰਸਥਾ ਹੈ, ਪਰ ਅੱਜ ਉਹਦੇ ਉੱਪਰ ਜਿਹੜੇ ਕਾਬਜ਼ ਹੈ ਉਹ ਸਿੱਖ ਵਿਰੋਧੀ ਹੈ, ਜਿਨ੍ਹਾਂ ਨੂੰ ਸਿੱਖਾਂ ਦੀ ਜਿਹੜੀ ਅੱਡੜੀ ਹੋਂਦ ਹੈ ਚੰਗੀ ਨਹੀਂ ਲੱਗਦੀ। ਸਿੱਖਾਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਜਿਹੜਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਅਹਿਲੇ ਕਲਾਮ ਅਹਿਲੇ ਨਿਜ਼ਾਮ ਔਰ ਅਹਿਲੇ ਮੁਕਾਮ ਤਿੰਨ ਚੀਜ਼ਾਂ ਹਰ ਕੌਮ ਦੇ ਕੋਲ ਹੁੰਦੀਆਂ, ਭਾਵ ਕਿ ਧਾਰਮਿਕ ਗ੍ਰੰਥ, ਉਸ ਦਾ ਪ੍ਰਬੰਧ ਔਰ ਉਸ ਨੂੰ ਉੱਥੋਂ ਦੇ ਜਿਹੜੇ ਚਲਾਉਣ ਵਾਲੇ ਲੋਕ ਹੁੰਦੇ ਆ। ਅੱਜ ਉਹ ਸਾਡੀਆਂ ਜਿਹੜੀਆਂ ਤਿੰਨੇ ਚੀਜ਼ਾਂ ਉਹਦੇ ਵਿੱਚ ਗਿਰਾਵਟਾਂ ਆ ਚੁੱਕੀਆਂ ਵੱਡੀ ਪੱਧਰ ਦੇ ਉੱਪਰ। ਜਿਵੇਂ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਸੀ, ਉਹਦੇ ਵਿੱਚੋਂ ਇਹੋ ਜਿਹਾ ਸਾਹਿਤ ਵਾਇਰਲ ਹੋਇਆ ਜਿਹੜਾ ਵਾਰ ਵਿਵਾਦ ਪਾਉਂਦਾ ਸੀ, ਜਿਹੜਾ ਗੁਰੂ ਸਾਹਿਬ ਦੇ ਪਾਵਨ ਕਰਤਾਰ ਦੇ ਉੱਪਰ ਸਵਾਲੀਆ ਚਿੰਨ੍ਹ ਲਾਉਂਦਾ ਸੀ। ਪਰ ਅੱਜ ਜਿੱਥੇ ਸਾਡੀਆਂ ਸਰਮੌਰ ਸੰਸਥਾਵਾਂ ਸਾਡੇ ਹੱਥਾਂ ਦੇ ਵਿੱਚੋਂ ਗਈਆਂ, ਖਾਲਸਾ ਕਾਲਜ ਵਰਗੀਆਂ ਮਹਾਨ ਸੰਸਥਾਵਾਂ, ਪਰ ਉੱਥੇ ਵੱਡੀ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੀ RSS ਸੀ
ਉਹਨੇ ਕਿਸ ਤਰੀਕੇ ਦੇ ਨਾਲ ਸਾਡੇ ਸਿੱਖਾਂ ਦੇ ਵਿੱਚ ਘੁਸਪੈਠ ਕੀਤੀ ਹੈ। ਤੇ ਜਿਹੜੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰਦੀ ਹੈ ਉਹ ਵੀ ਇਸੇ ਸਿੱਖ ਵਿਰੋਧੀ ਤਾਕਤ ਨੂੰ ਪ੍ਰਣਾਈ ਹੋਈ ਹੈ। 20 ਸਤੰਬਰ 2021 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰਦੀ ਹੈ, ਜਿੱਥੇ ਇੱਕ ਧਾਰਮਿਕ ਸੰਸਥਾ ਦੇ ਵੱਲੋਂ, ਮੈਂ ਉਹਦਾ ਨਾਮ ਨਹੀਂ ਲੈਣਾ ਚਾਹਾਂਗਾ, ਡਾਕਟਰ ਸਰਬਜੀਤ ਸਿੰਘ ਜਿਹੜਾ ਇੱਕ ਸਰਕਾਰੀ ਡਾਕਟਰ ਹੈ, ਉਹਦੇ ਵੱਲੋਂ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਰਜਿੰਦਰ ਸਿੰਘ ਮੋਹਨ ਸ਼ੀਨਾ ਜਿਹੜਾ 2017 ਦੇ ਵਿੱਚ ਲੋਕ ਸਭਾ ਮੈਂਬਰ ਖੜਿਆ ਸੀ ਅੰਮ੍ਰਿਤਸਰ ਸਾਹਿਬ ਤੋਂ, ਬੀਜੇਪੀ ਵੱਲੋਂ ਉਹਦੇ ਨਾਲ ਗੱਠਜੋੜ ਕਰਕੇ। ਹੁਣ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਦੇਖਣ ਵਾਲੀ ਗੱਲ ਹੈ ਕਿ ਇੱਕ ਪਾਸੇ ਦਿੱਲੀ ਦੀਆਂ ਸੜਕਾਂ ਦੇ ਉੱਪਰ ਕਿਸਾਨ ਮੰਗਤਿਆਂ ਦੀ ਤਰ੍ਹਾਂ ਹੱਥਾਂ ਦੇ ਵਿੱਚ ਠੂਠੇ ਲੈ ਕੇ ਉੱਥੇ ਨਿੱਤ ਉਹਨਾਂ ਦੀਆਂ ਮੌਤਾਂ ਹੋ ਰਹੀਆਂ, ਪਰ ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ, ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ, ਉਹ ਕਿਸ ਤਰ੍ਹਾਂ ਜਿਹੜਾ ਬੀਜੇਪੀ ਦੇ ਨਾਲ ਜਿਹੜੀ ਸਿੱਖ ਵਿਰੋਧੀ ਤਾਕਤ ਆ ਉਹਦੇ ਨਾਲ ਰਲ ਕੇ ਇੱਕ ਸਮਾਗਮ ਕਰ ਰਹੇ, ਉਹਨਾਂ ਨੂੰ ਸਪੋਰਟ ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਹਾਲਾਂਕਿ ਉਹ ਜਿਹੜੀ ਸੰਸਥਾ ਹੈ ਉਹਦਾ ਮਨੋਰਥ ਕੇਵਲ ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ, ਪਰ ਬਾਹਰੀ ਤੌਰ ਤੇ ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ, ਪਰ ਅੰਦਰੂਨੀ ਤੌਰ ਤੇ ਤੁਹਾਡਾ ਵਿਰੋਧੀ ਤਾਕਤਾਂ ਦੇ ਨਾਲ ਗੱਠਜੋੜ ਹੋਣਾ ਸਵਾਲੀਆ ਚਿੰਨ੍ਹ ਲਾਉਂਦਾ ਹੈ। ਤਾਂ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰਦੀ ਹੈ ਖਾਲਸਾ ਕਾਲਜ ਦੇ ਵਿੱਚ। ਸਭ ਤੋਂ ਪਹਿਲਾਂ ਉਸ ਸੰਸਥਾ ਵੱਲੋਂ ਲੰਗਰ ਚੱਲਿਆ ਗੁਰਸ਼ਬਦ ਸੰਸਥਾ ਵੱਲੋਂ ਜੀ, ਡਾਕਟਰ ਸਰਬਜੀਤ ਸਿੰਘ ਵੱਲੋਂ ਔਰ ਬੀਜੇਪੀ ਦੇ ਆਗੂ ਰਜਿੰਦਰ ਮੋਹਨ ਸਿੰਘ ਸ਼ੀਨਾ ਵੱਲੋਂ ਇੱਕ ਉੱਥੇ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਸਮਾਗਮ ਦਾ ਮਨੋਰਥ ਹੈ ਅਧਿਆਪਕ ਅਵਾਰਡ। ਤੇ ਅਧਿਆਪਕ ਅਵਾਰਡ ਦੀ ਆੜ ਦੇ ਵਿੱਚ ਤੇ ਕੀ ਕੀਤਾ ਜਾਂਦਾ ਹੈ, ਸਭ ਤੋਂ ਪਹਿਲਾਂ ਬੱਚਿਆਂ ਤੋਂ ਕੀਰਤਨ ਕਰਵਾਇਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਕੀਰਤਨ ਕਰਵਾਉਣ ਤੋਂ ਬਾਅਦ ਬੱਚੀਆਂ ਦੇ ਕੋਲੋਂ ਗੰਦੇ ਗੀਤਾਂ ਦੇ ਉੱਪਰ ਨਾਚ ਕਰਵਾਇਆ ਜਾਂਦਾ ਹੈ। ਇੱਥੋਂ ਤੱਕ ਕਿ ਜਿਹੜੀਆਂ ਉੱਥੇ ਬੱਚੀਆਂ ਦੁਮਾਲਾ ਬੰਨ੍ਹ ਕੇ ਕੇਸਰੀ ਦਸਤਾਰ ਸਜਾ ਕੇ ਉੱਥੇ ਆਉਂਦੀਆਂ ਨੇ, ਉਹਨਾਂ ਬੱਚੀਆਂ ਨੇ ਵੀ ਉੱਥੇ ਕੀਰਤਨ ਕੀਤਾ ਹੈ। ਤਾਂ ਉਸ ਤੋਂ ਬਾਅਦ ਵੱਡੀ ਗੱਲ ਇਹ ਸੀ, ਜਿੱਥੇ ਇਸ ਤਰ੍ਹਾਂ ਦੀ ਅਸ਼ਲੀਲ ਹਰਕਤ ਹੋਈ, ਤਾਂ ਉਸ ਤੋਂ ਬਾਅਦ ਵੱਡੀ ਗੱਲ ਇਹ ਸੀ ਜਿਹੜੀ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀ ਹੈ ਕਿ ਜਿਹੜੀ ਸਟੇਜ ਹੈ, ਸਟੇਜ ਦੇ ਉੱਪਰ ਜਦੋਂ ਬੱਚੀਆਂ ਡਾਂਸ ਕਰਦੀਆਂ ਤੇ ਪਿੱਛੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਦੇਸ਼ ਸੇਵਾ ਬਰਮੋਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਲੱਗੀ ਨਜ਼ਰ ਆ ਰਹੀ ਹੈ, ਸਿੰਬਲ ਵਜੋਂ ਤਸਵੀਰ ਨਜ਼ਰ ਆ ਰਹੀ ਹੈ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕਰਦਾ ਹਾਂ ਤਾਂ ਉਹ ਜਿਹੜਾ ਸੰਸਥਾ ਦਾ ਪ੍ਰਧਾਨ ਹੈ ਮੈਨੂੰ ਭੈੜੇ ਸ਼ਬਦ ਬੋਲਦਾ ਹੈ। ਕੀ ਨਾਮ ਸੀ ਉਹਨਾਂ ਦਾ ਪ੍ਰਧਾਨ ਦਾ? ਉਹ ਪ੍ਰਧਾਨ ਦਾ ਨਾਮ ਸੀ ਡਾਕਟਰ ਸਰਬਜੀਤ ਸਿੰਘ, ਜਿਹੜਾ ਇੱਕ ਸਰਕਾਰੀ ਡਾਕਟਰ ਹੈ। ਓਕੇ। ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਵਾਸਤੇ, ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦਿੰਦਾ ਕਿ ਮੈਂ ਜਰਨਲਿਜ਼ਮ ਦਾ ਡਿਪਲੋਮਾ ਕਰਨ ਤੋਂ ਬਾਅਦ ਚੰਡੀਗੜ੍ਹ ਤੋਂ ਸਿੱਖ ਮੀਡੀਆ ਸੈਂਟਰ ਤੋਂ ਮੈਂ ਤਕਰੀਬਨ ਲਾਕਡਾਊਨ ਦੇ ਦੌਰਾਨ ਮਾਰਚ ਮਹੀਨੇ ਦੇ ਵਿੱਚ ਵਾਪਸ ਆਪਣੇ ਪਿੰਡ ਵਿੱਚ ਆ ਗਿਆ ਜੀ। ਤਾਂ ਮੈਂ ਜਿੱਥੇ ਪੱਤਰਕਾਰਤਾ ਦੇ ਨਾਲ ਜੁੜਿਆ ਹੋਇਆ, ਉੱਥੇ ਮੀਡੀਆ ਦੇ ਨਾਲ ਵੀ ਜੁੜਿਆ ਹੋਇਆ, ਕਿਉਂਕਿ ਅੱਜ ਸਮੇਂ ਦੀ ਨਜ਼ਾਕਤ ਪਹਿਚਾਨਣ ਦੀ ਲੋੜ ਹੈ। ਮੀਡੀਆ ਦੀ ਬਹੁਤ ਵੱਡੀ, ਸਿੱਖ ਮੀਡੀਆ ਦੀ ਲੋੜ ਹੈ ਜਿਹੜਾ ਸਿਧਾਂਤ ਦੀ, ਸਿੱਖੀ ਦੀ ਗੱਲ ਕਰੇ। ਬਿਲਕੁਲ। ਮੈਂ ਮੀਡੀਆ ਪਰਸਨ ਬਾਅਦ ਵਿੱਚ ਆ। ਸਭ ਤੋਂ ਪਹਿਲਾਂ ਮੈਂ ਇੱਕ ਗੁਰੂ ਦਾ ਕੂਕਰ ਹਾਂ, ਜਿਸ ਗੁਰੂ ਨੇ ਸਾਡੇ ਵਾਸਤੇ 4 ਜਿਗਰ ਦੇ ਟੋਟਿਆਂ ਨੂੰ ਵਾਰਿਆ। ਕਿ ਅੱਜ ਅਸੀਂ ਉਸ ਗੁਰੂ ਦੇ ਸਿਧਾਂਤ ਦੀ ਗੱਲ ਕਿਉਂ ਨਾ ਕਰੀਏ। ਪਰ ਉਹ ਲੰਗਰ ਚੱਲਿਆ ਗੁਰਸ਼ਬਦ ਸੰਸਥਾ ਦਾ ਮੈਂ ਇੰਪਲਾਈ ਸੀ, ਪਰ ਜਦੋਂ ਇਸ ਤਰ੍ਹਾਂ ਦੀ ਨੀਚ ਹਰਕਤ ਉਹ ਪ੍ਰਧਾਨ ਕਰਵਾਉਂਦਾ ਹੈ ਤਾਂ ਉਸ ਸਮੇਂ ਦੇ ਦਰਮਿਆਨ ਮੈਂ ਉਹਦਾ ਵਿਰੋਧ ਕਰਦਾ ਵੀ ਇਹ ਬਿਲਕੁਲ ਗੱਲ ਗਲਤ ਹੈ, ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਹਾਲਾਂਕਿ ਆਪਣੀ ਗਲਤੀ ਨੂੰ ਮਹਿਸੂਸ ਕਰਨ ਦੀ ਬਜਾਏ ਉਹ ਜਿਹੜੇ ਪ੍ਰਧਾਨ ਦੇ ਸ਼ਬਦ ਸੀ, ਜਿਹੜੇ ਉਹ ਪ੍ਰਧਾਨ ਦੇ ਹੈਂਕੜ ਭਰੇ ਸ਼ਬਦ ਸੀ, ਉਹ ਵਾਇਰਲ ਹੋਈ ਆਡੀਓ ਦੇ ਵਿੱਚ ਤੁਸੀਂ ਵੀ ਸੁਣੇ ਆ ਜੀ। ਉੱਥੇ ਵੀਰ ਜੀ ਤੁਸੀਂ ਜਦੋਂ ਵਿਰੋਧਤਾ ਕਰਦੇ ਜੀ, ਉੱਥੋਂ ਤੁਹਾਨੂੰ ਕਿਤੇ ਉਹਨਾਂ ਦੇ ਚਹੇਤਿਆਂ ਵੱਲੋਂ ਪਾਸੇ ਕਰ ਦਿੱਤਾ ਜਾਂਦਾ ਹੈ ਜਾਂ ਉੱਥੇ ਕੁਝ ਤੂੰ ਮੈਂ ਵੀ ਹੁੰਦੀ ਹੈ ਵੀ ਜਿਸ ਕਰਕੇ ਬਾਅਦ ਦੇ ਵਿੱਚ ਤੁਸੀਂ ਕਾਲ ਵੀ ਲਾਉਂਦੇ ਹੋ? ਜੀ, ਸਭ ਤੋਂ ਪਹਿਲਾਂ ਜਿਹੜਾ ਰਜਿੰਦਰ ਮੋਹਨ ਸਿੰਘ ਸ਼ੀਨਾ ਸੀ, ਕਿਉਂਕਿ ਖਾਲਸਾ ਕਾਲਜ ਦਾ ਉਹ ਸੈਕਟਰੀ ਆ, ਸਭ ਤੋਂ ਪਹਿਲਾਂ ਮੈਂ ਉਹਦਾ ਵਿਰੋਧ ਕਰਦਾ ਹਾਂ ਕਿ ਇਹ ਜਿਹੜਾ ਸਮਾਗਮ ਹੋਇਆ ਇੱਕ ਸਿੱਖਾਂ ਦੀ ਸਰਮੌਰ ਸੰਸਥਾ ਹੈ, ਖਾਲਸਾ ਕਾਲਜ ਅੰਮ੍ਰਿਤਸਰ ਹੈ, ਔਰ ਦੂਜਾ ਖਾਲਸਾ ਰੀਚ ਫਾਊਂਡੇਸ਼ਨ ਵੱਲੋਂ, ਜਿਹਦਾ ਮਨੋਰਥ ਲੰਗਰ ਚੱਲਿਆ ਗੁਰਸ਼ਬਦ ਸੰਸਥਾ ਦਾ ਔਰ ਖਾਲਸਾ ਰੀਚ ਫਾਊਂਡੇਸ਼ਨ ਦਾ ਮਨੋਰਥ ਕੇਵਲ ਇੱਕ ਹੈ, ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਲੋਕਾਂ ਨੂੰ ਜਾਗਰੂਕਤਾ ਲੈ ਕੇ ਆਉਣੀ, ਲੋਕਾਂ ਨੂੰ ਸਿੱਖੀ ਦੇ ਨਾਲ ਜੋੜਨਾ। ਪਰ ਤੁਸੀਂ ਸਿੱਖੀ ਦੀ ਆੜ ਦੇ ਵਿੱਚ ਜਿਹੜਾ ਕੰਮ ਕਰਾਇਆ, ਇੱਕ ਬੀਜੇਪੀ ਦੇ ਨਾਲ ਰਲ ਕੇ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਸਾਡੇ ਵੀਰ ਮਰ ਰਹੇ ਆ, ਔਰ ਇੱਕ ਜਿਹੜਾ ਤੁਸੀਂ ਇਹ ਸਮਾਗਮ ਕਰਵਾਇਆ, ਇਹਦੇ ਵਿੱਚ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਜਿਹੜਾ ਵਿਰੋਧਤਾ, ਬਾਣੀ ਦੀ ਜਿਹੜਾ ਹੈ ਨਰਾਦਰੀ ਹੋਈ ਹੈ, ਤਾਂ ਇਹ ਜਿਹੜਾ ਸਮਾਗਮ ਸੀ ਤੁਹਾਨੂੰ ਨਹੀਂ ਕਰਨਾ ਚਾਹੀਦਾ। ਤਾਂ ਉਹ ਜਿਹੜਾ ਬੀਜੇਪੀ ਦਾ ਜਿਹੜਾ ਹੈਗਾ ਸੀ ਸੰਚਾਲਕ, ਉਹਨੇ ਮੇਰੇ ਜਦੋਂ ਇਸ ਤਰ੍ਹਾਂ ਦੇ ਸਵਾਲ ਸੁਣੇ ਵੀ ਕਿਹੜਾ ਇਸ ਤਰ੍ਹਾਂ ਦਾ ਬੰਦਾ ਜਿਹੜਾ ਮੈਨੂੰ ਇਸ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ, ਖਾਲਸਾ ਕਾਲਜ ਸਾਡਾ ਹੈ, ਕਿਉਂਕਿ ਅੱਜ ਉਹ ਪੰਥ ਵਿਰੋਧੀ ਤਾਕਤਾਂ ਭਾਰੂ ਹੋ ਚੁੱਕੀਆਂ, ਉਹ ਮੇਰਾ ਜਵਾਬ ਦੇਣ ਦੀ ਬਜਾਏ ਤਲਖੀ ਦੇ ਵਿੱਚ ਆਇਆ, ਉਹਨੇ ਪ੍ਰਧਾਨ ਨੂੰ ਬੁਲਾਇਆ, ਪ੍ਰਧਾਨ ਨੇ ਮੇਰੇ ਨਾਲ ਮਤਲਬ ਇੱਕ ਬਹੁਤ ਮਿਸਬਿਹੇਵ ਕੀਤਾ। ਪਰ ਮੈਂ ਉੱਥੇ ਇਹ ਨਹੀਂ ਡਰਿਆ ਕਿ ਇਹਨਾਂ ਦੇ ਕੋਲ ਪੁਲਿਸ ਹੈ ਜਾਂ ਕਿਸ ਤਰ੍ਹਾਂ ਦਾ, ਪਰ ਮੈਂ ਕਿਹਾ ਵੀ ਇਹ ਜੋ ਸਾਨੂੰ ਦਿੱਤਾ ਹੋਇਆ ਗੁਰੂ ਪਾਤਸ਼ਾਹ ਦਾ, ਤਾਂ ਅਸੀਂ ਕਿੰਨੇ ਨਮਕ ਹਰਾਮ ਆ ਜੇ ਗੁਰੂ ਪਾਤਸ਼ਾਹ ਦੇ ਸਿਧਾਂਤ ਦੇ ਉੱਪਰ ਪਹਿਰਾ ਨਹੀਂ ਦੇ ਸਕਦੇ। ਤਾਂ
ਬਿਲਕੁਲ। ਉਸ ਤੋਂ ਬਾਅਦ ਦੇ ਵਿੱਚ ਹਾਂ ਤੁਹਾਡੀ ਹੋ ਗਈ ਤੂੰ ਮੈਂ ਹੋਈ ਹੈ, ਬਾਅਦ ਵਿੱਚ ਤੁਸੀਂ ਵਾਪਸ ਕੀ ਵੀਰ ਜੀ ਇੱਥੇ ਇੱਕ ਸਵਾਲ ਖੜਾ ਨਹੀਂ ਹੋ ਜਾਂਦਾ ਵੀ ਸਾਡੀ ਸੰਸਥਾ ਦੇ ਕੋਲ ਖਾਲਸਾ ਕਾਲਜ ਦੇ ਕੋਲ ਇੰਨਾ ਵੀ ਆਪਣਾ ਪੈਸਾ ਨਹੀਂ, ਇੰਨਾ ਵੀ ਖਰਚ ਕਰਨ ਜੋਗਾ ਨਹੀਂ ਹੈ ਵੀ ਉਹਨੂੰ ਸਹਾਰਾ ਹੀ ਬੀਜੇਪੀ ਦਾ ਲੈਣਾ ਪਿਆ? ਨਹੀਂ, ਅਸਲ ਦੇ ਵਿੱਚ ਗੱਲ ਨੂੰ ਸਮਝੀਏ ਜੇ ਆਪਾਂ ਤੇ ਸਹਾਰਾ ਨਹੀਂ, ਇਹ ਜਿਹੜਾ ਬੀਜੇਪੀ ਹੈ ਇਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਉੱਪਰ ਭਾਰੂ ਹੋਈ ਹੈ, ਠੀਕ ਹੈ ਜੀ। ਤੇ ਇਹਨੂੰ ਜਿਹੜੇ ਬਾਹਰ ਬੰਦੇ ਸਪੋਰਟ ਕਰਦੇ ਨੇ, ਕਿਉਂਕਿ ਖਾਲਸਾ ਕਾਲਜ ਨੂੰ ਸਪੋਰਟ ਕਰਦੇ ਨੇ, ਖਾਲਸਾ ਕਾਲਜ ਕਿਹਦੇ ਹੱਥਾਂ ਦੇ ਵਿੱਚ ਹੈ? ਖਾਲਸਾ ਕਾਲਜ ਬੀਜੇਪੀ ਦੇ ਹੱਥਾਂ ਦੇ ਪਰ ਵਿੱਚ ਵੀਰ ਹੈ। ਜੀ ਖਾਲਸਾ ਕਾਲਜ ਦੇ ਜਿਹੜੇ ਪ੍ਰਬੰਧਕ ਨੇ ਉਹ ਕਹਿੰਦੇ ਆ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਚੱਲਦੇ ਆ, ਉਹ ਇਸ ਚੀਜ਼ ਦਾ ਵੀ ਦਾਅਵਾ ਕਰਦੇ ਆ। ਨਹੀਂ, ਜੇ ਅਧੀਨ ਚੱਲਦੇ ਆ ਤੇ ਫਿਰ ਅਕਾਲ ਤਖਤ ਸਾਹਿਬ ਦਾ ਕਨਸਟੀਟਿਊਸ਼ਨ ਹੈ ਕਿ ਜਿਹੜਾ ਵੀ ਸਿੱਖ ਸੰਸਥਾਵਾਂ ਦਾ ਆਗੂ ਹੈ ਜਾਂ ਉਹਨਾਂ ਦਾ ਮੈਂਬਰ ਹੈ ਉਹ ਗੁਰੂ ਕਾ ਸਿੰਘ ਹੋਣਾ ਚਾਹੀਦਾ, ਉਹਨੇ ਖੰਡੇ ਬਾਟੇ ਦੀ ਪੌਲ ਲਈ ਹੋਣੀ ਚਾਹੀਦੀ ਹੈ, ਉਹ ਦਸ਼ਮੇਸ਼ ਪਾਤਸ਼ਾਹ ਨੂੰ ਮੰਨਦਾ ਹੋਣਾ ਚਾਹੀਦਾ ਹੈ। ਪਰ ਅੱਜ ਇਹ ਤੇ ਜਾ ਕੇ ਦੇਵੀਆਂ ਦੇ ਜਾ ਕੇ ਮੱਥੇ ਰਗੜਦੇ ਆ, ਇਹ ਜਾ ਕੇ ਕਬਰਾਂ ਦੇ ਉੱਪਰ ਮੱਥੇ ਰਗੜਦੇ ਆ, ਫਿਰ ਇਹ ਕਿੱਥੋਂ ਦੇ ਸਿੱਖ ਨੇਗੇ? ਇਹ ਵੀ ਸਾਡੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਆ ਨਾ। ਜੇ ਅੱਜ ਅਸੀਂ ਸਿੱਖੀ ਦੇ ਹਤੈਸ਼ੀ ਹੋਣ ਦੇ ਦਾਅਵੇ ਕਰਦੇ ਆ, ਫਿਰ ਅਕਾਲ ਤਖਤ ਦੇ ਜਥੇਦਾਰ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਲੱਗਦੇ ਆ ਕਿ ਉਹ ਇਹਨਾਂ ਦੇ ਪ੍ਰਤੀ ਕਿਉਂ ਸਟੈਂਡ ਨਹੀਂ ਲੈਂਦੇ? ਕਿ ਉਹਨਾਂ ਨੂੰ ਕਿਸੇ ਜਿਹੜੀ ਰਾਜਸੀ ਤਾਕਤ ਹੈ ਉਹਦਾ ਡਰ ਹੈ ਜਾਂ ਆਪਣੀ ਪਦਵੀ ਖੁੱਸਣ ਦਾ ਡਰ ਹੈ? ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹ ਨਤੜਕ ਹੈ, ਉਹ ਕੌਮ ਦਾ ਆ, ਉਹ ਸਿਧਾਂਤ ਦੀ ਰਾਖੀ ਕਰਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਉੱਪਰ ਚੱਲਦਾ ਆ। ਮੇਰੇ ਹਿਸਾਬ ਦੇ ਨਾਲ ਸ਼ਹਿ ਕਰਕੇ ਤਾਂ ਹੀ ਤਾਂ ਉਹ ਖੁੱਲੇ ਅਸਮਾਨ ਦੇ ਤਰੀਕੇ ਦੇ ਨਾਲ ਕਹਿ ਰਿਹਾ ਨਾ, ਕਹਿੰਦੇ ਵੀ ਅਸੀਂ ਉਹਨਾਂ ਦੇ ਅਧੀਨ ਆ, ਸਾਨੂੰ ਉਹ ਕਵੇ SGPC ਕਵੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਕਹਿਣ ਤੇ ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਆ। ਕਹਿੰਦੇ ਤੁਸੀਂ ਕੌਣ ਹੁੰਦੇ ਹੋ ਸਾਨੂੰ ਕਹਿਣ ਵਾਲੇ? ਨਹੀਂ ਸੁਖਵੰਤ ਸਿੰਘ ਜੀ, ਇਹ ਇੱਥੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਨਾ। ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਵੇਂ ਕਹੂਗਾ? ਜਿਹੜਾ ਉੱਥੋਂ ਦਾ ਪ੍ਰਧਾਨ ਹੈ, ਮਜੀਠੀਆ ਪਰਿਵਾਰ ਦੇ ਪ੍ਰਧਾਨ ਨੇ ਉੱਥੇ, ਅਕਾਲੀ ਦਲ ਕਾਬਜ ਹੈ, ਬੀਜੇਪੀ ਕਾਬਜ ਹੈ, ਫਿਰ ਅਸੀਂ ਕਿਵੇਂ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਔਰ ਬੀਜੇਪੀ ਦਾ ਜਿਹੜਾ ਗੱਠਜੋੜ ਟੁੱਟ ਚੁੱਕਾ ਹੈ, ਅੰਦਰ ਖਾਤੇ ਤੇ ਜੁੜਿਆ ਹੋਇਆ ਨਾ ਸਾਰਾ ਕੁਝ? ਇਹਨੂੰ ਸਮਝਣ ਦੀ ਲੋੜ ਹੈ। ਅੱਜ ਜੇ ਅਸੀਂ ਇਹਨਾਂ ਮਸਲਿਆਂ ਦੇ ਪ੍ਰਤੀ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਲੈ ਕੇ ਆਉਂਦੇ ਤਾਂ ਜਿਸ ਤਰ੍ਹਾਂ ਜਿਹੜਾ ਬੀਜੇਪੀ ਦਾ ਔਰ RSS ਦਾ ਮਨੋਰਥ ਹੈ ਕਿ ਕਿਸ ਤਰ੍ਹਾਂ ਸਿੱਖੀ ਭੇਸ ਦੇ ਵਿੱਚ ਲੋਕਾਂ ਦੇ ਵਿੱਚ ਘੁਸਪੈਠ ਕਰਕੇ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਦਰੜ ਦੇਣਾ ਚਾਹੀਦਾ ਹੈ, ਅੱਜ ਸਿੱਖੀ ਦੀ ਹੋਂਦ ਨੂੰ ਮਟਾਉਣ ਵਾਸਤੇ ਕੀ ਕੁਝ ਕੀਤਾ ਜਾ ਰਿਹਾ ਅੰਦਰ ਖਾਤੇ ਉਹ ਅਸੀਂ ਜਾਣਦੇ ਹਾਂ। ਪਰ ਪਹਿਲਾਂ ਇਹਨਾਂ ਤੇ ਇਲਜ਼ਾਮ ਹੀ ਲੱਗਦੇ ਸੀ ਤੇ ਕਿਤੇ ਨਾ ਕਿਤੇ ਤੁਸੀਂ ਪ੍ਰਤੱਖ ਹੋ ਕੇ ਵੀ ਦੇਖ ਲਿਆ ਵੀ ਇਹ ਇਕੱਲੇ ਇਲਜ਼ਾਮ ਨਹੀਂ ਲੱਗਦੇ, ਇਹ ਸੱਚ ਹੈ ਵੀ ਇਹਨਾਂ ਨੇ ਘੁਸਪੈਠ ਕੀਤੀ ਹੋਈ ਹੈ। ਤੇ ਖਾਲਸਾ ਕਾਲਜ ਦੀ ਗੱਲ ਹੈ, ਇੱਥੇ ਜਿਹੜੇ ਗੁਰੂ ਧਾਰਮਿਕ ਸਾਡੇ ਅਸਥਾਨ ਨੇ, ਗੁਰਦੁਆਰਾ ਸਾਹਿਬ ਨੇ, ਉਹਨਾਂ ਦੇ ਉੱਪਰ ਵੀ ਘੁਸਪੈਠ ਪੂਰੀ ਕੀਤੀ, ਉੱਥੇ ਵੀ ਕਾਬਜ ਹੋ ਚੁੱਕੇ ਆ। ਵੀਰ ਜੀ ਨੰਬਰ 2 ਤੇ ਤੁਸੀਂ ਜਦੋਂ ਉਹਨਾਂ ਨੂੰ ਫੋਨ ਕਰਦੇ ਹੋ ਤੇ ਜਦੋਂ ਤੁਸੀਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੋ ਤੇ ਤੁਹਾਨੂੰ ਉੱਥੇ ਵੀ ਧਮਕੀਆਂ ਹੀ ਦਿੱਤੀਆਂ ਜਾ ਰਹੀਆਂ ਵੀ ਇੱਥੋਂ ਤੱਕ ਵੀ ਤੁਸੀਂ ਕਹਿੰਦੇ ਉਹਨਾਂ ਨੂੰ ਵੀ ਇੱਥੇ ਮੱਸੇ ਰੰਗੜ ਦਾ ਜਿਹੜਾ ਸੀ ਉਹਨੇ ਵੀ ਇਸ ਤਰੀਕੇ ਦਾ ਕਾਰਜ ਕੀਤਾ ਹੀ, ਠੀਕ ਹੈ ਨਾ, ਉਹਨਾਂ ਨੂੰ ਸਜ਼ਾ ਜਿਹੜੀ ਹੈ ਮਿਲੀ ਹੈ ਵੀ ਮੱਸੇ ਰੰਗੜ ਵਾਲਾ ਜਿਹੜਾ ਕੰਮ ਸੀ ਤੇ ਉਸ ਤੋਂ ਘੱਟ ਤਾਂ ਤੁਸੀਂ ਵੀ ਨਾ ਕੀਤਾ ਜੀ। ਇਹ ਅਸਲ ਦੇ ਵਿੱਚ ਮੇਰਾ ਫੋਨ ਕਰਨ ਦਾ ਉਹਨਾਂ ਨੂੰ ਮਕਸਦ ਇਹ ਸੀ ਕਿਉਂਕਿ ਮੈਂ ਉਹਨਾਂ ਦਾ EMPLOYE ਸੀ। 20 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ, ਮੇਰੇ ਕੋਲ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕਾਰਜ ਹੋਣ ਕਰਕੇ ਜਿਹੜਾ ਸੀ ਮੈਂ ਸਮਾਂ ਨਾ ਦੇ ਸਕਿਆ, ਕਿਉਂਕਿ ਮੈਂ ਬਤੌਰ ਉਹਦੇ ਨਾਲ ਲੋਕ ਸਭਾ ਮੈਂਬਰ ਸੀ ਜਿਹੜਾ ਬੀਜੇਪੀ ਦਾ, ਉਹਦੇ ਨਾਲ ਮੈਂ ਗੱਲਬਾਤ ਵੀ ਕੀਤੀ ਹੈ, ਪ੍ਰਧਾਨ ਨੂੰ ਵੀ ਸਵਾਲ ਕੀਤੇ। ਪਰ ਇਹ ਕੀ ਕਰਦੇ ਆ ਕਿ ਮੈਨੂੰ ਬਿਨਾਂ ਕਿਸੇ ਸੂਚਿਤ ਕੀਤੇ, ਮੈਨੂੰ ਬਿਨਾਂ ਕਿਸੇ ਚਿੱਠੀ ਪੱਤਰ, ਮੈਂ ਇਹਨਾਂ ਦੇ ਸੰਸਥਾ ਦੇ ਵਿੱਚ ਇੱਕ ਸਿੱਖੀ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਕਰਦਾ ਸੀ ਪਿੰਡਾਂ ਦੇ ਵਿੱਚ ਜਾ ਕੇ, ਮੈਂ ਵੀ EMPLOYE ਸੀ। ਪਰ ਅਸਲ ਦੇ ਵਿੱਚ ਕਹਾਣੀ ਕੀ ਵਾਪਰੀ ਕਿ ਇਹਨਾਂ ਨੇ ਮੈਨੂੰ ਬਿਨਾਂ ਦੱਸਿਆ 1 ਤਰੀਕ ਨੂੰ ਮਤਾ ਪਾ ਕੇ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਲੁੰਗ ਲਾਣਾ ਸੀਗਾ, ਸਾਰਿਆਂ ਨੇ ਉਹਨਾਂ ਨੇ 1 ਤਰੀਕ ਨੂੰ ਮਤਾ ਪਾ ਕੇ ਤੇ ਮੈਨੂੰ ਜਿਹੜਾ ਸੀ ਇੱਕ ਮਤਾ ਪਾਤਾ ਵੀ ਰਜਿੰਦਰ ਸਿੰਘ ਨੂੰ ਅਨੁਸ਼ਾਸਨ ਭੰਗ ਕਰਨ ਤੇ ਸੰਸਥਾ ਤੋਂ ਬਰਖਾਸਤ ਕੀਤਾ ਜਾਂਦਾ ਹੈ। ਫਿਰ ਮੈਂ ਪ੍ਰਧਾਨ ਨੂੰ ਫੋਨ ਲਾਇਆ, ਮੈਂ ਕਿਹਾ ਵੀ ਕੀ ਗੁਰੂ ਸਾਹਿਬ ਦੇ ਸਿਧਾਂਤ ਦੀ ਗੱਲ ਕਰਨੀ ਅਨੁਸ਼ਾਸਨਹੀਨਤਾ ਆ? ਕੀ ਅਸੀਂ ਜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨਹੀਂ ਗੱਲ ਕਰਨਗੇ, ਤੁਸੀਂ ਗੱਲ ਕਰਦੇ ਹੋ ਸੱਚ ਦੀ, ਸਿਧਾਂਤ ਦੀ ਗੱਲ ਕਰਦੇ ਆ, ਕਿ ਅਸੀਂ ਜ਼ਮੀਰਾਂ ਮਾਰ ਕੇ ਤੁਹਾਡੇ ਵੱਲੋਂ ਜਿਹੜਾ ਸਾਨੂੰ ਟੁੱਕ ਪਾਇਆ ਜਾਂਦਾ ਉਹ ਅਸੀਂ ਟੁੱਕ ਪਾ ਕੇ ਆਪਣੀ ਜ਼ਿੰਦਗੀ ਬਿਤਾਈ ਚੱਲੀਏ ਵੀ ਤੁਸੀਂ ਖਾਣ ਨੂੰ ਸਾਨੂੰ ਦੇਈ ਜਾਂਦੇ ਹੋ? ਪਰ ਜਿਹੜੇ ਦਸ਼ਮੇਸ਼ ਪਾਤਸ਼ਾਹ ਨੇ ਸਾਡੇ ਵਾਸਤੇ 4 ਜਿਗਰ ਦੇ ਟੋਟੇ ਵਾਰੇ ਆ, ਅਸੀਂ ਉਸ ਗੁਰੂ ਦਾ ਦਿਨ ਕਿੱਥੇ ਦੇਵਾਂਗੇ? ਅੱਜ ਅਸੀਂ ਵੱਡੇ ਗਾਤਰੇ ਪਾ ਕੇ ਵੱਡੀਆਂ ਸਿੰਘ ਸਾਹਿਬਾਨ ਵਾਲੀਆਂ ਪੱਗਾਂ ਬੰਨ੍ਹ ਕੇ ਆਪਣੇ ਆਪ ਨੂੰ ਬੜਾ ਸਿੱਖੀ ਹਤੈਸ਼ੀ ਦੱਸਦੇ ਹਾਂ ਕਿ ਅਸੀਂ ਗੁਰੂ ਪਾਤਸ਼ਾਹ ਮਹਾਰਾਜ ਦੇ ਦੇਣਦਾਰ ਹਾਂ। ਅਸੀਂ ਗੁਰੂ ਸਾਹਿਬ ਦਾ ਕਰਜ਼ ਕਿਵੇਂ ਉਤਾਰਾਂਗੇ ਜਿਨ੍ਹਾਂ ਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ।
ਅਸੀਂ ਵੀ ਤਾਂ ਗੁਰੂ ਸਾਹਿਬ ਦੇ ਦੇਣਦਾਰ ਆ ਨਾ, ਵੀ ਤੁਹਾਨੂੰ ਉਸ ਵਕਤ ਉਸੇ ਜਗ੍ਹਾ ਦੇ ਉੱਪਰ ਕਹਿਣਾ ਚਾਹੀਦਾ ਸੀ ਇਹ ਬੱਚੀਆਂ ਵੱਲੋਂ ਜੋ ਕੁਝ ਕੀਤਾ ਗਿਆ ਇਹ ਬਹੁਤ ਗਲਤ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਜੇ ਤੁਸੀਂ ਫਿਰ ਵੀ ਆਪਣੀ ਹੀਨਤਾ ਮੰਨਦੇ ਸੀ ਇਸ ਗੱਲ ਨੂੰ, ਫਿਰ ਤੁਹਾਨੂੰ ਜਾਣਾ ਚਾਹੀਦਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਉੱਥੇ ਅਰਦਾਸਾਂ ਸੋਧ ਕੇ ਖਿਮਾ ਮੰਗਣੀ ਚਾਹੀਦੀ ਸੀ ਵੀ ਸਾਡੇ ਕੋਲੋਂ ਭੁੱਲ ਹੋਈ। ਪਰ ਉਲਟਾ ਤੁਸੀਂ ਕਿਹੜੀ ਕਰਤੂਤ ਕੀਤੀ, ਮੈਨੂੰ ਬਿਨਾ ਮੇਰੀ 1 ਮਹੀਨੇ ਦੀ ਤਨਖਾਹ ਦਿੱਤੇ ਤੋਂ ਬਿਨਾ ਮੈਨੂੰ ਜ਼ਲੀਲ ਕਰਕੇ ਤੁਸੀਂ ਸੰਸਥਾ ਦੇ ਵਿੱਚੋਂ ਕੱਢਿਆ। ਤੇ ਤੁਸੀਂ ਕਾਹਦੇ ਸਿੱਖ ਹੋ? ਤੁਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕਿਉਂ ਗੁੰਮਰਾਹ ਕਰ ਰਹੇ ਹੋ ਵੀ ਅਸੀਂ ਸਿੱਖ ਹਤੈਸ਼ੀ ਹਾਂ? ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਸਵਾਲੀਆ ਚਿੰਨ੍ਹ ਲਾਉਣੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਆ, ਫਿਰ ਤੁਸੀਂ ਵੀ ਦੱਸੋ ਨਾ, ਤੁਸੀਂ ਫਿਰ ਬੀਜੇਪੀ ਦੇ ਅਧੀਨ ਕਿਉਂ ਚੱਲਦੇ ਹੋ? ਬਿਲਕੁਲ ਇੱਥੇ ਸਵਾਲ ਖੜਾ ਹੋ ਜਾਂਦਾ ਹੈ। ਜੋ ਕਹਿੰਦੇ ਆ ਵੀ ਇਹਦਾ ਸਿਆਸੀਕਰਨ ਹੋ ਚੁੱਕਾ ਹੈ SGPC ਦਾ, ਤੇ ਸਿਆਸੀਕਰਨ ਤੁਹਾਡਾ ਵੀ ਹੋ ਚੁੱਕਾ ਹੈ, ਖਾਲਸਾ ਕਾਲਜ ਦਾ ਵੀ ਹੋ ਚੁੱਕਾ ਹੈ, ਤੁਹਾਡਾ ਵੀ ਹੋ ਚੁੱਕਾ, ਕਿਉਂਕਿ ਬੋਲੀ ਤੁਸੀਂ ਉਹਨਾਂ ਦੀ ਬੋਲਦੇ ਹੋ। ਵੀਰ ਜੀ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਕੱਢ ਦਿੱਤਾ ਜਾਂਦਾ? ਉਸ ਤੋਂ ਬਾਅਦ ਮੈਨੂੰ ਬਿਨਾਂ ਕਿਸੇ ਨੋਟਿਸ ਜਾਰੀ ਕੀਤੇ ਆਪਸ ਦੇ ਵਿੱਚ ਇੱਕ ਨਿੱਜੀ ਪਤਾ ਪਾ ਕੇ ਬਿਨਾਂ ਕਿਸੇ ਤਨਖਾਹ ਭੱਤਾ ਦਿੱਤੇ ਤੋਂ ਬਿਨਾਂ ਮੈਨੂੰ ਉਸ ਸੰਸਥਾ ਤੋਂ ਬਰਖਾਸਤ ਕੀਤਾ ਜਾਂਦਾ ਹੈ। ਫਿਰ ਮੈਂ ਉਹ ਪ੍ਰਧਾਨ ਨੂੰ ਕਾਲ ਕਰਦਾ ਤਾਂ ਪ੍ਰਧਾਨ ਦੀ ਜਿਹੜੀ ਗੰਦਲੀ ਭਾਸ਼ਾ ਸੀ ਉਹ ਕਹਿ ਰਹੇ ਸੀ, ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਜਿਹੜੀ ਸੰਸਥਾ ਹੈ ਖਾਲਸਾ ਕਾਲਜ ਹੈ, ਖਾਲਸਾ ਕਾਲਜ ਸਿੱਖਾਂ ਦਾ ਆ, ਖਾਲਸਾ ਸ਼ਬਦ ਆਉਂਦਾ ਆ ਤੇ ਸਿੱਖਾਂ ਨੇ ਇਹਨੂੰ ਆਜ਼ਾਦ ਕਰਵਾਇਆ, ਸਿੱਖਾਂ ਨੇ ਇਹਨੂੰ ਤਿਆਰ ਕੀਤਾ ਹੈ, ਸਿੱਖੀ ਹਤੈਸ਼ਾਂ ਵਾਸਤੇ ਇਹਦੀ ਵਰਤੋਂ ਹੋ ਸਕਦੀ ਹੈ। ਤੇ ਵੱਡੀ ਗੱਲ ਆ ਵੀ ਤੁਸੀਂ ਇੱਕ ਧਾਰਮਿਕ ਸੰਸਥਾ ਹੋ, ਧਾਰਮਿਕ ਪ੍ਰਧਾਨ ਹੋ, ਖੰਡੇ ਬਾਟੇ ਦੀ ਤੁਸੀਂ ਪੌਲ ਲਈ ਹੈ, ਪਰ ਤੁਹਾਨੂੰ ਇਹ ਜਿਹੜਾ ਕੰਮ ਇਹ ਨਹੀਂ ਸੀ ਕਰਵਾਉਣਾ ਚਾਹੀਦਾ। ਪਰ ਉਹ ਪ੍ਰਧਾਨ ਦਾ ਜਵਾਬ ਸੀ ਕਿ ਇਹ ਜਿਹੜਾ ਖਾਲਸਾ ਕਾਲਜ ਹੈ ਕਿਸੇ ਪਿਓ ਦਾ ਨਹੀਂ ਆ, ਸਾਡੀ ਮਰਜ਼ੀ ਆ, ਅਸੀਂ ਇੱਥੇ ਪੈਸੇ ਲਾ ਰਹੇ ਹਾਂ, ਅਸੀਂ ਸਮਾਗਮ ਕਰਵਾਵਾਂਗੇ, ਸਾਨੂੰ ਕੋਈ ਰੋਕ ਕੇ ਦਿਖਾਵੇ। ਇਹ ਦਾਅਵਾ ਕੀਤਾ ਉਹਨਾਂ ਨੇ, ਇਹ ਦਾਅਵਾ ਕੀਤਾ ਉਹਨਾਂ ਨੇ, ਇਹ ਪ੍ਰਧਾਨ ਦੀ ਸ਼ਬਦਾਵਲੀ ਹੈ, ਤੁਸੀਂ ਵੀ ਸੁਣੀ ਹੋਊਗੀ। ਬਹੁਤ ਚੈਨਲਾਂ ਤੇ ਵੀਰ ਜੀ ਇਹ ਚੱਲਿਆ। ਤੇ ਤੁਹਾਨੂੰ ਲੱਗਦਾ ਹੈ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਬੋਲੀ ਸੀ, ਕਿਉਂਕਿ ਸਾਰੀਆਂ ਆਡੀਓ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ, ਅੱਜ ਤੱਕ ਕਿਸੇ ਨੇ ਉਹਨਾਂ ਦੇ ਪ੍ਰਤੀ ਕੋਈ ਸਟੈਂਡ ਲਿਆ, SGPC ਨੇ ਲਿਆ ਹੋਵੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਿਆ ਹੋਵੇ, ਜਾਂ ਹੋਰ ਸਰਬ ਉੱਤਮ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੇ ਜਾ ਕਰਕੇ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੋਵੇ ਵੀ ਗਲਤੀ ਤੁਹਾਡੀ ਹੈ, ਉਲਟਾ ਤੁਸੀਂ ਨੌਜਵਾਨ ਨੂੰ ਬਾਹਰ ਕੱਢ ਰਹੇ ਹੋ ਸੰਸਥਾ ਦੇ ਵਿੱਚੋਂ, ਤੁਹਾਨੂੰ ਕਿਹੜਾ ਅਧਿਕਾਰ ਹੈ? ਨਾ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਅਕਾਲ ਤਖਤ ਸਾਹਿਬ ਦੀ ਕੀ ਗੱਲ ਕਰ ਸਕਦੇ ਹਾਂ, ਕਿਉਂਕਿ ਸਿਆਸੀ ਧਿਰਾਂ ਦੇ ਨਾਲ ਜੁੜਿਆ ਹੋਇਆ ਆਪਸ ਦੇ ਵਿੱਚ ਅੰਦਰੂਨੀ ਤੌਰ ਤੇ ਗੱਠਜੋੜ ਹੈ। ਇੱਥੋਂ ਤੱਕ ਕਿ ਜਦੋਂ ਇਹ ਘਟਨਾ ਵਾਪਰਦੀ ਹੈ, ਆਡੀਓ ਵਾਇਰਲ ਹੁੰਦੀ ਹੈ, ਮੈਨੂੰ ਸਿੱਖੀ ਦੇ ਨਾਲ ਮੁਹੱਬਤ ਕਰਨ ਵਾਲੇ ਲੋਕਾਂ ਦੇ ਫੋਨ ਆਉਂਦੇ ਆ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਦਾ ਆ, ਸਾਰੀ ਘਟਨਾ ਦੱਸਦਾ। ਪਰ ਇੱਕ ਪ੍ਰਚਾਰਕ ਹੈ ਜਿਹੜਾ ਆਪਣੇ ਆਪ ਨੂੰ ਬਹੁਤ ਮਤਲਬ ਕਹਿੰਦਾ ਕਿ ਜਿਹੜੀ ਬੀਬੀ ਜ਼ਗੀਰ ਕੌਰ ਆ ਉਹਨੇ ਉਹ ਕਰਤਾ, ਉਹਨੇ ਉਹ ਕਰਤਾ ਆ, ਆਪਣੀ ਇੱਕ ਸੰਸਥਾ ਜੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਕੇਵਲ ਸਿਆਸੀ ਮੁੱਦੇ ਚੁੱਕਣ ਵਾਸਤੇ, ਲੋਕਾਂ ਦੇ ਵਿੱਚ ਹਾਈਲਾਈਟ ਹੋਣ ਵਾਸਤੇ ਉਹ ਬੰਦੇ ਜਿਹੜੇ ਇਹ ਮੁੱਦਿਆਂ ਨੂੰ ਉਠਾਉਂਦੇ। ਜਦੋਂ ਮੈਂ ਉਹਨੂੰ ਕਾਲ ਕਰਦਾ ਉਹਨੂੰ ਮੈਂ ਸਾਰੀ ਘਟਨਾ ਦੱਸਦਾ, ਤੇ ਸਾਰੀ ਘਟਨਾ 1 ਘੰਟਾ ਸੁਣਨ ਤੋਂ ਬਾਅਦ, 15 ਫੋਨ ਕਾਲ ਸੁਣਨ ਤੋਂ ਬਾਅਦ, ਤਾਂ ਉਹ ਬੰਦਾ ਅਖੀਰ ਦੇ ਵਿੱਚ ਸਿੱਟਾ ਕੀ ਕੱਢਦਾ ਹੈ, ਇਹ ਇੱਕ ਨੋਰਮਲ ਜੀ ਗੱਲ ਹੈ। ਮੈਂ ਕਿਹਾ ਨੋਰਮਲ ਜੀ ਗੱਲ ਹੈ, ਇੱਕ ਪਾਸੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਿੱਛੇ ਬਾਣੀ ਹੈ, ਸਟੇਜ ਦੇ ਉੱਪਰ ਗੰਦਾ ਡਾਂਸ ਹੋ ਰਿਹਾ ਆ, ਤਾਂ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਇੱਕ ਆਮ ਦੀ ਗੱਲ ਹੈ? ਇਹ ਵੀ ਸਵਾਲੀਆ ਚਿੰਨ੍ਹ ਸਾਡੇ ਉਹਨਾਂ ਲੋਕਾਂ ਦੇ ਉੱਪਰ ਲੱਗਦੇ ਆ ਕਿ ਅਸੀਂ ਆਪਣੇ ਜਿਹੜੇ ਸਾਨੂੰ ਮੁੱਦੇ ਵਧੀਆ ਲੱਗਦੇ ਆ, ਜਿਨ੍ਹਾਂ ਦੇ ਨਾਲ ਸਾਨੂੰ ਕੋਈ ਬੈਨੀਫਿਟ ਆ, ਜਿਨ੍ਹਾਂ ਦੇ ਨਾਲ ਸਾਨੂੰ ਕੋਈ ਲਾਹਾ ਮਿਲਦਾ ਹੈ, ਕਿ ਅਸੀਂ ਉਹਨਾਂ ਮੁੱਦਿਆਂ ਦੇ ਨਾਲ ਜੁੜੇ ਹੋਏ ਹਾਂ, ਕਿ ਅਸੀਂ ਉਹੀ ਮੁੱਦੇ ਚੁੱਕਾਂਗੇ। ਫਿਰ ਜੇ ਉਹੀ ਮੁੱਦੇ ਚੁੱਕਾਂਗੇ ਤੇ ਫਿਰ ਇਹ ਗੁਰਬਾਣੀ ਦੀਆਂ ਬੇਅਦਬੀਆਂ ਸ਼ਰੇਆਮ ਕਰਨਗੇ ਕਿ ਅੱਜ ਸਟੇਜ ਦੇ ਪਿੱਛੇ ਗੁਰਬਾਣੀ ਦੀ ਉਹਨਾਂ ਨੇ ਪੰਕਤੀਆਂ ਲਗਾ ਕੇ ਬੇਅਦਬੀ ਕੀਤੀ ਇੱਕ ਨੀਤੀ ਤਹਿਤ, ਤੇ ਕੱਲ ਨੂੰ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਕੁੜੀਆਂ ਨੂੰ ਨਚਾਉਣਗੇ, ਜਦੋਂ ਆਪ ਭੰਗੜੇ ਪਾਉਣਗੇ, ਫਿਰ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੂਗੀ। ਹੁਣ ਨਹੀਂ ਤੁਹਾਡੇ ਕੋਲੋਂ ਕਿਉਂ ਨਹੀਂ ਜਾਗਿਆ ਜਾਂਦਾ? ਨੱਚੀਆਂ ਤਾਂ ਹੈ ਧੀਆਂ, ਉਹੀ ਪੰਜਾਬ ਦੀਆਂ ਧੀਆਂ, ਲੱਚਰਤਾ ਵਾਲੇ ਗੀਤ ਲਾਏ ਆ, ਪਿੱਛੇ ਤਸਵੀਰ ਲੱਗੀ ਗੁਰੂ ਸਾਹਿਬ ਜੀ ਦੀ, ਦੇ ਸ਼ਿਵਾ ਬਰ ਮੋਹੇ, ਇਹ ਹੈ ਪਿੱਛੇ ਪੰਕਤੀਆਂ ਲਿਖੀਆਂ ਨੇ। ਇਸ ਤੋਂ ਵੀਰ ਜੀ ਵੱਡੀ ਹੋਰ ਕਿਹੜੀ ਬੇਅਦਬੀ ਹੋ ਸਕਦੀ ਹੈ? ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਹੈ, ਦਸਮ ਪਾਤਸ਼ਾਹ ਦੀ ਇਹੀ ਕਹਿੰਦੇ ਆ। ਦੂਜੇ ਪਾਸੇ ਅਸੀਂ ਨਾਮ ਵੇਖੋ, ਖਾਲਸਾ ਕਾਲਜ ਹੈ, ਕਿੱਡਾ ਸਿਰਮੌਰ ਨਾਮ ਹੈ। ਜਦੋਂ ਖਾਲਸਾ ਨਾਮ ਆਉਂਦਾ ਤੇ ਸੀਸ ਝੁਕ ਜਾਂਦਾ ਹੈ, ਤੇ ਜਦੋਂ ਨਾਮ ਖਾਲਸਾ ਤੇ ਉਸੇ ਕਾਲਜ ਦੇ ਅੰਦਰ ਹੀ ਲੱਚਰਤਾ ਵਾਲੇ ਗੀਤ ਲਾ ਕੇ ਤੇ ਧੀਆਂ ਸਾਡੀਆਂ ਨੂੰ ਆਹ ਕੁਝ ਪਰੋਸ ਕੇ ਦਿੱਤਾ ਜਾ ਰਿਹਾ। ਬਿਲਕੁਲ ਜੀ, ਇਹ ਤੇ ਅਸੀਂ ਦੇਖ ਹੀ ਸਕਦੇ ਹਾਂ ਕਿ ਅੱਜ ਜੋ ਸਾਡੀਆਂ ਕਾਲਜਾਂ ਦੇ ਵਿੱਚ ਜਾਂ ਸਾਡੀਆਂ ਪੰਜਾਬੀਅਤ ਦੇ ਨਾਲ, ਸਿੱਖ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਧੀਆਂ, ਤਾਂ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਉੱਪਰ ਜਾਂ ਇਸ ਤਰ੍ਹਾਂ ਦੇ ਗੀਤਾਂ ਦੇ ਉੱਪਰ ਆਮ ਇੱਕ ਨੋਰਮਲ ਜੀ ਗੱਲ ਕਹਿ ਕੇ, ਕਿਉਂਕਿ ਜਦੋਂ ਮੈਂ ਉਹ ਲੋਕ ਸਭਾ ਮੈਂਬਰ ਦਾ ਵੀ ਇਹੋ ਜਵਾਬ ਸੀ ਕਿ ਇੱਕ ਕਾਲਜ ਹੈ, ਇਹਦੇ ਵਿੱਚ ਹਰ ਵਰਗ ਦੇ ਲੋਕ ਹੈ, ਤਾਂ ਹਰ ਵਰਗ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਇੱਕ ਸਾਡਾ ਸੱਭਿਆਚਾਰ ਹੈ, ਕਿਉਂਕਿ ਇੱਕ ਪੰਜਾਬੀ ਸੱਭਿਆਚਾਰ ਹੋ ਸਕਦਾ ਹੈ, ਪੱਛਮੀ ਸੱਭਿਆਚਾਰ ਹੋ ਸਕਦਾ, ਪਰ ਇਹ ਸਿੱਖ ਸੱਭਿਆਚਾਰ ਨਹੀਂ ਹੈ। ਜੇ ਸਾਡਾ ਸੱਭਿਆਚਾਰ ਹੈ ਉਹ ਚਮਕੌਰ ਦੀ ਗੜੀ ਹੈ,
ਜੇ ਸਾਡਾ ਸੱਭਿਆਚਾਰ ਹੈ ਉਹ ਸਰਹੰਦ ਦੀ ਦੀਵਾਰ ਹੈ, ਜੇ ਸਾਡਾ ਸੱਭਿਆਚਾਰ ਹੈ ਉਹ ਦਿੱਲੀ ਦਾ ਉਹ ਚਾਂਦਨੀ ਚੌਂਕ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮਾਨਵਤਾ ਵਾਸਤੇ ਜਿਹੜਾ ਸੀ ਆਪਣੇ ਸੀਸ ਦੀ ਕੁਰਬਾਨੀ ਦਿੱਤੀ। ਅਸੀਂ ਇਸ ਨੂੰ ਸੱਭਿਆਚਾਰ ਕਿਵੇਂ ਠਹਿਰਾ ਸਕਦੇ ਆ ਨਾ? ਅੱਜ ਸੱਭਿਆਚਾਰ ਦੀ ਆੜ ਦੇ ਵਿੱਚ ਜਿਹੜਾ ਸਾਡੀਆਂ ਬੱਚੀਆਂ ਦੇ ਕੋਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਚ ਹਰਕਤਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕਰਵਾਈਆਂ ਜਾਣੀਆਂ, ਇਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਬਣਦਾ ਆ। ਬਿਲਕੁਲ ਵੀਰ ਜੀ, ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਇਨਸਾਫ ਮਿਲੇਗਾ? ਨਹੀਂ ਸੁਖਵੰਤ ਸਿੰਘ ਜੀ, ਇਹ ਮੈਨੂੰ ਇਨਸਾਫ ਦੀ ਨਹੀਂ ਗੱਲ, ਕਿਉਂਕਿ ਮੈਂ ਇੱਕ ਆਮ ਸਧਾਰਨ ਸਿੱਖ ਹੋਣ ਦੇ ਨਾਂ ਤੇ, ਮੈਂ ਇੱਕ ਗੁਰੂ ਦਰ ਦਾ ਕੂਕਰ ਹੋਣ ਦੇ ਨਾਂ ਤੇ ਆਵਾਜ਼ ਚੁੱਕੀ ਹੈ। ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ, ਆਵਾਜ਼ ਬੁਲੰਦ ਕੀਤੀ ਹੈ, ਇਸ ਚੀਜ਼ ਨੂੰ ਹੁੰਗਾਰਾ ਮਿਲੇਗਾ, ਸੰਗਤਾਂ ਹੁੰਗਾਰਾ ਦੇ ਰਹੀਆਂ ਨੇ, ਜਾਂ ਤੁਸੀਂ ਇਸ ਆਵਾਜ਼ ਨੂੰ ਬੁਲੰਦ ਕੀਤਾ ਵੀ ਆਪਣੀ ਗਲਤੀ ਨੂੰ ਸਵੀਕਾਰ ਕਰਨ, ਮੰਨਣ, ਵੀ ਗਲਤੀ ਨੂੰ ਮੰਨਣਗੇ ਵੀ ਅਸੀਂ ਇਹ ਭਿਆਨਕ ਜਿਹੜੀ ਗਲਤੀ ਹੈ ਬੱਜਰ ਕਲੈਰ ਕੀਤੀ ਹੈ। ਹੁਣ ਜਿਹੜੀ ਗਲਤੀ ਸਵੀਕਾਰ ਕਰਨ ਤੋਂ ਉਹ ਤੋਂ ਲੰਘ ਗਈ, ਕਿਉਂਕਿ ਕੋਈ ਬੀਜੇਪੀ ਆਗੂ ਦੇ ਨਾਲ ਗੱਠਜੋੜ ਕਰਕੇ ਉੱਥੇ ਫੋਟੋਆਂ ਲਵਾ ਕੇ ਉੱਥੇ ਇੱਕ ਹੋਰ ਉਹਨੇ ਕਰਮਕਾਂਡ ਕੀਤਾ, ਕਿਉਂਕਿ ਇੱਕ ਅਮਰਧਾਰੀ ਸਿੰਘ ਹੈ ਗੁਰੂ ਦਾ, ਕਿਉਂਕਿ ਅਮਰਧਾਰੀ ਤੋਂ ਹੁਣ ਅਸੀਂ ਨਹੀਂ ਕਹਿ ਸਕਦੇ, ਉਹਦਾ ਪਾਠ ਉਗੜ ਗਿਆ। ਉਹ ਪ੍ਰਧਾਨ ਸਰਬਜੀਤ ਸਿੰਘ ਨੇ ਕੀ ਕੀਤਾ, ਸਟੇਜ ਦੇ ਉੱਪਰ ਇੱਕ ਦੀਵੇ ਜਗਾ ਕੇ, ਜਿਸ ਤਰ੍ਹਾਂ ਹਿੰਦੂ ਰਹੁ ਰੀਤਾਂ ਦੇ ਮੁਤਾਬਕ ਕੀਤਾ ਜਾਂਦਾ, ਉਹ ਇੱਕ ਦੀਵੇ ਜਗਾ ਕੇ ਉਸ ਤਰ੍ਹਾਂ ਬੀਜੇਪੀ ਦੇ ਆਗੂਆਂ ਦੇ ਨਾਲ, ਉੱਥੇ ਜਿਹੜੇ ਅਧਿਆਪਕ ਸੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕਰਮਕਾਂਡ ਕਰਿਆ। ਉਹ ਪੂਰੀ 2.5 ਘੰਟੇ ਦੀ ਵੀਡੀਓ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ, ਜਿਸ ਤਰ੍ਹਾਂ ਦੇ ਨਾਲ ਉਹ ਕਰਮ ਕਰ ਰਿਹਾ ਹੈ। ਅੱਜ ਗੱਲ ਜੇ ਇਨਸਾਫ ਦੀ ਕਰੀਏ, ਕਿਉਂਕਿ ਮੈਂ ਨਾ ਨਿੱਜੀ ਹਿੱਤਾਂ ਵਾਸਤੇ ਜਿਹੜੀ ਇਹ ਆਵਾਜ਼ ਚੁੱਕੀ ਹੈ, ਨਾ ਮੈਂ ਕੋਈ ਮੈਨੂੰ ਹੋਰ ਕੋਈ ਲੋਕਾਂ ਦੇ ਵਿੱਚ, ਨਾ ਮੈਂ ਕੋਈ ਹਾਈਲਾਈਟ ਹੋਣਾ ਚਾਹੀਦਾ, ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਆਵਾਜ਼ ਚੁੱਕੀ ਹੈ। ਪਰ ਜੇ ਅੱਜ ਸਾਡੇ ਸਿੱਖ ਨਹੀਂ ਜਾਗਣਗੇ, ਜੇ ਅੱਜ ਸਾਡੀਆਂ ਜਥੇਬੰਦੀਆਂ ਨਹੀਂ ਜਾਗਣਗੀਆਂ, ਤਾਂ ਉਹ ਜਿਸ ਤਰ੍ਹਾਂ ਕਦੇ ਕਿਸੇ ਦਫ਼ਤਰ ਦੇ ਮੂਹਰੇ ਧਰਨਾ ਲਾ ਲਿਆ, ਕਦੇ ਕਿਸੇ ਸੜਕ ਦੇ ਮੂਹਰੇ ਧਰਨਾ ਲਾ ਲਿਆ, ਇਸ ਤਰ੍ਹਾਂ ਦੇ ਨਾਲ ਮਸਲੇ ਨਹੀਂ ਹੱਲ ਹੋਣਗੇ ਜਦੋਂ ਤੱਕ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਸਿੱਖੀ ਦੇ ਰੂਪ ਦੇ ਵਿੱਚ ਘੁਸਪੈਠ ਕਰਕੇ ਲੋਕਾਂ ਦੇ ਵਿੱਚ ਰਹੀਆਂ, ਇਹਨਾਂ ਨੂੰ ਨੱਥ ਨਹੀਂ ਪਾਈ ਜਾਊਗੀ। ਤੇ ਬਿਲਕੁਲ, ਤੁਸੀਂ ਹੁਣ ਇੱਥੋਂ ਤੱਕ ਪਹੁੰਚ ਵੀ ਕਰ ਸਕਦੇ ਹੋ, ਨਾਲ ਜਥੇਬੰਦੀਆਂ ਦਾ ਸਹਿਯੋਗ ਲਓ। ਬਹੁਤ ਐਸੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਹਜੇ ਤੱਕ ਪਤਾ ਵੀ ਨਹੀਂ ਹੋ ਸਕਦਾ, ਤੁਹਾਡਾ ਸਹਿਯੋਗ ਦੇਣ ਨੂੰ ਵੀ ਉਹ ਤਿਆਰ ਹੋਣਗੀਆਂ। ਤੁਸੀਂ ਉਹਨਾਂ ਜਥੇਬੰਦੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਵਾਰੀ ਮਿਲੋ ਤਾਂ ਸੀ, ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਲੈਂਦੇ ਆ, ਕਿ ਉਸ ਪ੍ਰਧਾਨ ਨੂੰ ਸੱਦ ਕੇ ਉਹਨੂੰ ਬਣਦੀ ਸਜ਼ਾ ਦਿੰਦੇ ਆ, ਸਵੀਕਾਰ ਕਰਦਾ ਆਪਣੀ ਗਲਤੀ ਨੂੰ। ਇਹ ਰੋਲ ਜਿਹੜਾ ਹੈ ਇਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਭਾਊ ਕਿ ਨਹੀਂ ਨਿਭਾਊ, ਐਸਜੀਪੀਸੀ ਦਾ ਪ੍ਰਧਾਨ ਨਿਭਾਊ ਕਿ ਨਹੀਂ ਨਿਭਾਊ? ਮੇਰੀ ਗੱਲਬਾਤ ਹੋਈ ਹੈ ਸਰਦਾਰ ਪਰਮਜੀਤ ਸਿੰਘ ਅਕਾਲੀ ਨੇ ਅੰਮ੍ਰਿਤਸਰ ਸਾਹਿਬ ਤੋਂ, ਹੋਰ ਵੀ ਜਿਹੜੇ ਸਿੱਖੀ ਦੇ ਨਾਲ ਮੁਹੱਬਤ ਕਰਨ ਵਾਲੇ ਲੋਕ ਹੈ, ਜਿਹੜੇ ਆਮ ਸਧਾਰਨ ਲੋਕ ਹੈ, ਉਹਨਾਂ ਦੇ ਨਾਲ ਵੀ ਗੱਲਬਾਤ ਹੋਈ। ਉਹਨਾਂ ਨੇ ਪੂਰਨ ਸਹਿਯੋਗ ਕਰਨ ਦਾ ਦਾਅਵਾ ਕੀਤਾ ਆ, ਔਰ ਸਭ ਤੋਂ ਪਹਿਲਾਂ ਇਸ ਪ੍ਰਧਾਨ ਤੋਂ ਜਵਾਬ ਤਲਬੀ ਕੀਤੀ ਜਾਊਗੀ ਕਿ ਸਭ ਤੋਂ ਪਹਿਲਾਂ ਜਿਹੜਾ ਇਹਨੇ ਇਹ ਕਰਮ ਕਰਵਾਇਆ, ਇਹ ਕਿਸ ਨੀਤੀ ਤਹਿਤ ਕਰਵਾਇਆ, ਔਰ ਪਿੰਡਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਘੁਸਪੈਠ ਕਰ ਰਿਹਾ, ਕਿਉਂਕਿ ਉਸੇ ਜਗ੍ਹਾ ਦੇ ਉੱਪਰ ਪਿੰਡਾਂ ਦੇ ਲੋਕ ਵੀ ਆਏ, ਉਹਨਾਂ ਨੇ ਵੀ ਦੇਖਿਆ ਕਿ ਬੀਜੇਪੀ ਦਾ ਜਿਹੜਾ ਇਹ ਆਗੂ ਇਹ ਕੌਣ ਹੈ, ਉਹਨਾਂ ਦੇ ਲੋਕਾਂ ਦੇ ਵਿੱਚ ਵੀ ਇਹ ਪੂਰਨ ਤੌਰ ਤੇ ਜਨਤਕ ਹੋਇਆ। ਪਰ ਇੱਕ ਵੱਡਾ ਸਵਾਲੀਆ ਚਿੰਨ੍ਹ ਲੱਗਦਾ ਕਿ ਜਿਹੜੇ ਇਹਨਾਂ ਨੂੰ ਸਪੋਰਟ ਕਰਨ ਵਾਲੇ ਆ, ਜਿਹੜੇ ਇਹਨਾਂ ਸੰਸਥਾਵਾਂ ਨੂੰ ਸਪੋਰਟ ਕਰਨ ਵਾਲੇ ਉਹ ਲੋਕ ਕੌਣ ਹੈ, ਇਹ ਵੀ ਸਾਡੇ ਉੱਪਰ ਸਵਾਲੀਆ ਚਿੰਨ੍ਹ ਲੱਗਦਾ ਨਾ, ਕਿ ਇਹ ਜਿਹੜੀਆਂ ਸੰਸਥਾਵਾਂ ਜਿਹੜੀਆਂ ਬੀਜੇਪੀ ਦੀ ਸਹਾਇਤਾ ਦੇ ਨਾਲ ਪਲਦੀਆਂ, ਆਰਐਸਐਸ ਦੀ ਸਹਾਇਤਾ ਦੇ ਨਾਲ ਪਲਦੀਆਂ, ਤੇ ਫਿਰ ਇਹਨਾਂ ਨੂੰ ਫੰਡਿੰਗ ਕੌਣ ਕਰਦਾ ਹੈ? ਅੱਜ ਸਰਕਾਰ ਨੇ ਜਿਹੜਾ ਸੀ ਗੁਰਪਤਵੰਤ ਪੰਨੂ, ਉਹਦੇ ਨਾਮ ਦੇ ਉੱਪਰ ਅਨੇਕਾਂ ਨੌਜਵਾਨ ਜਿਹੜਾ ਸੀ ਸਰਕਾਰ ਨੇ ਚੁੱਕ ਕੇ ਉਹਨਾਂ ਨੂੰ ਜਵਾਪਾ ਲਾ ਕੇ ਜੇਲ੍ਹ ਦੇ ਵਿੱਚ ਪਾਇਆ, ਉਮਰ ਕੈਦਾਂ ਹੋਈਆਂ ਉਹਨਾਂ ਨੂੰ, ਹਨਾ, ਉਹਨਾਂ ਨੂੰ ਉਮਰ ਕੈਦ ਵੀ ਹੋਈ। ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਨੂੰ ਸਹਾਇਤਾ ਕੌਣ ਕਰਦਾ ਹੈ? ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ, ਜਿਹੜਾ ਡਾਕਟਰ ਬਖਸ਼ੀਸ਼ ਸਿੰਘ ਹੈ, ਉਹ ਇਸ ਸੰਸਥਾ ਨੂੰ ਚਲਾ ਰਹੇ ਆ। ਠੀਕ ਹੈ ਜੀ, ਇੱਕ ਪਾਸੇ ਤੇ ਉਹ ਜਿਹੜਾ ਰੈਫਰੈਂਡਮ ਦੀ ਗੱਲ ਕਰਦੇ ਆ, ਪਰ ਦੂਜੇ ਪਾਸੇ ਬੀਜੇਪੀ ਨੂੰ, ਆਰਐਸਐਸ ਨੂੰ ਸਹਾਇਤਾ ਕਰਨ ਦਾ ਮਕਸਦ ਫਿਰ ਕੀ ਸਮਝਿਆ ਜਾਵੇ ਇਹਨਾਂ ਨੂੰ? ਹੁਣ ਇਹਨਾਂ ਨੂੰ ਆਰਐਸਐਸ ਬੀਜੇਪੀ ਨਾ ਸਮਝਿਆ ਜਾਵੇ ਤਾਂ ਫਿਰ ਇਹਨਾਂ ਨੂੰ ਰੈਫਰੈਂਡਮ ਦੇ ਹੱਕ ਦੇ ਵਿੱਚ ਕਿਵੇਂ ਜਿਹੜਾ ਭੁਗਤ ਰਿਹਾ, ਕਿਵੇਂ ਸਮਝਿਆ ਜਾਵੇ ਇਹਨਾਂ ਨੂੰ? ਇਹ ਵੀ ਸਾਡੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਆ ਨਾ। ਬਿਲਕੁਲ ਬਿਲਕੁਲ ਵੀਰ ਜੀ, ਇੱਕ ਪਾਸੇ ਇਹੀ ਕਹਿੰਦੇ ਵੀ ਸਾਡੀ ਜਿਹੜੀ ਟੱਕਰ ਹੈ, ਖਾਸ ਕਰਕੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਬੀਜੇਪੀ ਦੇ ਨਾਲ ਹੈ। ਬੀਜੇਪੀ ਦਾ ਲੀਡਰ ਜਿੱਥੇ ਵੀ ਜਾਂਦਾ ਉਹਦਾ ਘਿਰਾਓ ਕਰੋ। ਕੀ ਸਾਡੇ ਕਿਸਾਨਾਂ ਦੇ ਬੱਚੇ ਉਸ ਕਾਲਜ ਵਿੱਚ ਨਹੀਂ ਪੜ੍ਹਦੇ? ਕੀ ਸਾਡੇ ਉਸ ਇਲਾਕੇ ਦਿਆਂ ਨੂੰ ਪਤਾ ਨਹੀਂ ਵੀ ਬੀਜੇਪੀ ਦਾ ਲੀਡਰ ਹੈ? ਕਿ ਇੰਨੀ ਜਨਤਾ ਉੱਥੇ ਪਹੁੰਚੀ ਹੋਈ ਸੀ, ਉਹਨਾਂ ਨੂੰ ਪਤਾ ਨਹੀਂ ਸੀ ਬੀਜੇਪੀ ਦਾ ਲੀਡਰ ਹੈ, ਫਿਰ ਵੀ ਉਹਦਾ ਹਾਰ ਪਾ ਕੇ, ਸਰੋਪੇ ਪਾ ਕੇ ਸਨਮਾਨਿਤ ਕੀਤਾ ਜਾਂਦਾ ਸੀ? ਉੱਥੇ ਵਿਰੋਧਤਾ ਕਰਨਾ ਫਰਜ਼ ਨਹੀਂ ਬਣਦਾ ਸੀ? ਨਹੀਂ, ਵਿਰੋਧ ਤਾਂ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਉਹ ਲੋਕ ਹੀ ਅੰਦਰੂਨੀ ਤੌਰ ਤੇ ਇਹਨਾਂ ਦੇ ਨਾਲ ਜੁੜੇ ਹੋਏ, ਪੰਥ ਵਿਰੋਧੀ ਤਾਕਤਾਂ ਦੇ ਨਾਲ। ਹੁਣ ਆਪਾਂ ਨੂੰ ਇਸ ਗੱਲ ਦਾ ਨਹੀਂ ਤਗਾਜਾ ਕਿ ਉਹਨਾਂ ਨੂੰ
ਫੰਡਿੰਗ ਜ਼ਿਆਦਾ ਹੋ ਰਹੀ ਹੈ, ਪੈਸਾ ਜ਼ਿਆਦਾ ਆ ਰਿਹਾ ਆ, ਜਾਂ ਉਹਨਾਂ ਨੂੰ ਕੋਈ ਹੋਰ ਉਹਨਾਂ ਤੱਕ ਮਤਲਬ ਹੈ, ਜਾਂ ਖਾਲਸਾ ਕਾਲਜ ਦੇ ਵਿੱਚ ਕੋਈ ਵਧੀਆ ਅਹੁਦੇ ਲੈਣਾ ਚਾਹੁੰਦੇ ਆ, ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਜਿਹੜਾ ਕੋਈ ਨਿੱਜੀ ਉਹਨਾਂ ਦੇ ਹਿੱਤ ਹੈ, ਨਿੱਜੀ ਹਿੱਤਾਂ ਵਾਸਤੇ ਉਹਨਾਂ ਦੇ ਨਾਲ ਜੁੜੇ ਹੋਏ ਆ, ਤਾਂ ਜਿਹੜੇ ਉੱਥੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਨਹੀਂ ਇਹ ਪਤਾ ਵੀ ਇਹ ਕੌਣ ਹੈ, ਬੀਜੇਪੀ ਦਾ ਆਗੂ ਹੈ। ਉਹਨਾਂ ਨੂੰ ਕੇਵਲ ਇਹ ਪਤਾ ਹੈ ਕਿ ਖਾਲਸਾ ਕਾਲਜ ਦਾ ਜਿਹੜਾ ਸੈਕਟਰੀ ਹੈ ਇਹ ਖਾਲਸਾ ਕਾਲਜ ਦੀ ਅਗਵਾਈ ਕਰਦੇ ਆ, ਕੇਵਲ ਉਹਨਾਂ ਬੱਚਿਆਂ ਨੂੰ ਇਹੀ ਪਤਾ ਹੈ। ਪਰ ਜਿਹੜੇ ਲੋਕਾਂ ਨੂੰ ਪਤਾ ਹੈ ਉਹਨਾਂ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਆ ਕਿ ਉਹ ਲੋਕ ਕਿਉਂ ਨਹੀਂ ਵਿਰੋਧ ਕਰਦੇ ਉਹਨਾਂ ਦਾ। ਹਾਲਾਂਕਿ ਉਹਨਾਂ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਜਿਹੜੇ ਦਿੱਲੀ ਦੀਆਂ ਸੜਕਾਂ ਤੇ ਮਰੇ, ਕਿ ਉਹ ਯੂਪੀ ਬਿਹਾਰ ਦੇ ਸੀ, ਉਹ ਸਾਡੇ ਪੰਜਾਬ ਦੇ ਪੁੱਤ ਮਰੇ, ਉਹ ਪੰਜਾਬ ਦੇ ਸਾਡੇ ਬਜ਼ੁਰਗ ਮਰੇ। ਪਰ ਇਹਨਾਂ ਲੋਕਾਂ ਨੂੰ ਹੁਣ ਇਹਨਾਂ ਲੋਕਾਂ ਦੇ ਉੱਪਰ ਸਵਾਲੀਆ ਚਿੰਨ੍ਹ, ਜੇ ਕੌਮ ਨੇ ਇਹਨਾਂ ਦੇ ਕੋਲੋਂ ਜਵਾਬ ਲੈਣਾ ਤਾਂ ਇਹਨਾਂ ਨੂੰ ਘੇਰ ਕੇ ਬੀਜੇਪੀ ਦਾ ਜਿੱਥੇ ਵਿਰੋਧ ਹੁੰਦਾ ਹੈ ਉੱਥੇ ਇਹਨਾਂ ਦਾ ਵਿਰੋਧ ਹੋਵੇ, ਇਹਨਾਂ ਦੇ ਕੋਲੋਂ ਸਵਾਲ ਪੁੱਛੇ ਜਾਣ ਵੀ ਤੁਸੀਂ ਇਹ ਜਿਹੜੀਆਂ ਨੀਚ ਹਰਕਤਾਂ ਕਰਵਾ ਰਹੇ ਹੋ, ਤੁਸੀਂ ਜਿਹੜਾ ਆਪਣੇ ਨਿੱਜੀ ਹਿੱਤਾਂ ਵਾਸਤੇ ਪੰਜਾਬ ਦਾ ਪੂਰੇ ਸਿੱਖ ਕੌਮ ਦਾ ਨੁਕਸਾਨ ਕਰਵਾ ਰਹੇ ਹੋ, ਕਿਹੜੀ ਨੀਤੀ ਤਹਿਤ ਕਰਵਾ ਰਹੇ ਹੋ? ਇਹ ਸਵਾਲ ਤੇ ਇਹਨਾਂ ਦੇ ਕੋਲੋਂ ਲੈਣੇ ਬਣਦੇ ਆ ਨਾ। ਬਿਲਕੁਲ ਬਿਲਕੁਲ। ਬੀਜੇਪੀ ਦਾ ਲੀਡਰ ਤੇ ਪ੍ਰਧਾਨ ਪਰਮਜੀਤ, ਪ੍ਰਧਾਨ ਸਰਬਜੀਤ ਸਿੰਘ ਮਾਫ ਕਰਨਾ ਸਰਬਜੀਤ ਸਿੰਘ, ਦੋਨਾਂ ਦੀ ਮਿਲੀ ਭੁਗਤ ਹੈ, ਘਿਓ ਖਿਚੜੀ ਇੱਕ ਨੇ। ਇੱਥੇ ਇਹ ਵੀ ਕਲੀਅਰ ਨਹੀਂ ਹੋ ਜਾਂਦਾ ਵੀ ਸਰਬਜੀਤ ਸਿੰਘ ਪ੍ਰਧਾਨ ਉਹ ਵੀ ਬੀਜੇਪੀ ਦਾ ਹੀ ਹੈ। ਨਹੀਂ, ਉਹ ਤੇ ਬਿਲਕੁਲ ਆਪਾਂ ਨੂੰ ਪਤਾ ਹੀ ਹੈ। ਉਹ ਹੁਣ ਇਹ ਨਹੀਂ ਪਤਾ ਵੀ ਉਹਨੂੰ ਜਿਹੜਾ ਸੰਸਥਾ ਦਾ ਪ੍ਰਧਾਨ ਲਾਇਆ ਆ, ਜਿਹੜਾ ਉਹਨੂੰ ਖਾਲਸਾ ਕਾਲਜ ਦੇ ਵਿੱਚ ਗਵਰਨਿੰਗ ਮੈਂਬਰ ਲਾਇਆ ਆ, ਉਹ ਬੀਜੇਪੀ ਨੇ, ਆਰਐਸਐਸ ਨੇ ਲਾਇਆ ਜਾਂ ਫਿਰ ਉਹਨੂੰ ਸਿੱਖਾਂ ਨੇ ਲਾਤਾ, ਕਿਉਂਕਿ ਸਿੱਖਾਂ ਦੀ ਤੇ ਉੱਥੇ ਕੋਈ ਵਾਹ ਪੇਸ਼ ਹੀ ਨਹੀਂ। ਸਿੱਖਾਂ ਦਾ ਤੇ ਉੱਥੇ ਖੁਰਾ ਖੋਜ ਹੀ ਉਹਨਾਂ ਨੇ ਮਟਾਤਾ। ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਸੀ, ਕਿਸੇ ਵਕਤ ਉਹਨਾਂ ਦੇ ਸ਼ਿਵ ਸੈਨਾ ਦੇ ਉੱਪਰ ਨਾਮ ਦੇ ਉੱਪਰ ਰੱਖਿਆ ਜਾਊਗਾ, ਕਿਸੇ ਵਕਤ ਉਹ ਆਰਐਸਐਸ ਉਹਦੀ ਸਥਾਪਨਾ ਕਰਕੇ ਉਹਦਾ ਨਵਾਂ ਨਾਮ ਰੱਖੂਗੀ, ਜੇ ਕੌਮ ਇਸੇ ਤਰ੍ਹਾਂ ਸੁੱਤੀ ਰਹੂਗੀ। ਤੇ ਅੱਜ ਸਾਨੂੰ ਜਾਗਣ ਦੀ ਲੋੜ ਹੈ ਨਾ। ਬਿਲਕੁਲ, ਆਉਣ ਵਾਲੇ ਸਮੇਂ ਦੇ ਅੰਦਰ ਖਾਲਸਾ ਕਾਲਜ ਦਾ ਨਾਮ ਹਟਾ ਕੇ ਕੁਝ ਹੋਰ ਵੀ ਰੱਖਿਆ ਜਾ ਸਕਦਾ, ਇਹ ਤੁਸੀਂ ਕਹਿ ਰਹੇ ਹੋ ਜੀ। ਬਿਲਕੁਲ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵੀਰ ਜੀ, ਤੁਸੀਂ ਸਾਡੇ ਚੈਨਲ ਤੇ ਆ ਕੇ ਆਪਣਾ ਪੱਖ ਰੱਖਿਆ। ਦਰਸ਼ਕੋ, ਬਹੁਤ ਅੱਖਾਂ ਖੋਲੀਆਂ ਨੇ ਵੀਰ ਰਜਿੰਦਰ ਸਿੰਘ ਜੀ ਨੇ ਵੀ ਅੱਜ ਸਾਨੂੰ ਜਾਗਣ ਦੀ ਲੋੜ ਹੈ। ਕਹਿੰਦੇ ਮੈਂ ਅਸਲ ਗੁਰੂ ਦਾ ਸਿੱਖ ਹਾਂ, ਮੈਂ ਆਪਣੀ ਜੌਬ ਨੂੰ ਪਿਆਰ ਬਾਅਦ ਵਿੱਚ ਕਰਦਾ, ਸਭ ਤੋਂ ਪਹਿਲਾਂ ਮੈਨੂੰ ਗੁਰੂ ਨਾਲ ਪਿਆਰ ਹੈ। ਤੇ ਜਦੋਂ ਮੈਂ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉੱਡਦੀਆਂ ਉਸ ਕਾਲਜ ਦੇ ਅੰਦਰ ਦੇਖੀਆਂ, ਖਾਲਸਾ ਕਾਲਜ ਦੇ ਅੰਦਰ, ਤੇ ਦੂਜੇ ਨੰਬਰ ਤੇ ਬੀਜੇਪੀ ਦਾ ਲੀਡਰ ਆਉਂਦਾ ਹੈ, ਉਹਦੇ ਅਧੀਨ ਹੀ ਸਾਰਾ ਇਹ ਜਿਹੜੀ ਹੈ ਇਹ ਮਨਮਤ ਹੁੰਦੀ ਹੈ। ਸਾਡੀਆਂ ਧੀਆਂ ਨੂੰ ਨਚਾਇਆ ਜਾਂਦਾ ਹੈ, ਪਿੱਛੇ ਗੰਦੇ ਗੀਤ ਲਾਏ ਜਾਂਦੇ ਹੈ, ਤੇ ਮੈਂ ਵਿਰੋਧਤਾ ਕਰਦਾ। ਤੇ ਉਹਦੇ ਹਰਜਾਨੇ ਵਜੋਂ ਮੈਨੂੰ ਉਸ ਸੰਸਥਾ ਦੇ ਵਿੱਚੋਂ ਵੀ ਮਤਾ ਪਾ ਕੇ ਆਪਸੀ ਬਾਹਰ ਕੱਢ ਦਿੱਤਾ ਜਾਂਦਾ ਹੈ। ਤੇ ਆਪਣੀ ਗਲਤੀ ਨੂੰ ਸਵੀਕਾਰ ਕੀ ਕਰਨਾ, ਉਲਟੀ ਸਜ਼ਾ ਮੇਰੇ ਤੇ ਲਾਈ ਜਾਂਦੀ ਹੈ। ਤੇ ਵੀਰ ਰਜਿੰਦਰ ਸਿੰਘ ਨੇ ਅੱਜ ਗੁਹਾਰ ਲਾਈ ਹੈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਤੁਸੀਂ ਜਾਗੋ, ਆਉਣ ਵਾਲੇ ਸਮੇਂ ਦੇ ਅੰਦਰ ਸਾਡਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ। ਸਾਡੀਆਂ ਧੀਆਂ, ਸਾਡੇ ਬੱਚੇ ਉਸ ਕਾਲਜ ਦੇ ਵਿੱਚ ਪੜ੍ਹਦੇ ਹੈ, ਤੇ ਕਿਤੇ ਨਾ ਕਿਤੇ ਉਹਨਾਂ ਤੇ ਪ੍ਰਭਾਵ ਵੀ ਐਸੇ ਲੀਡਰਾਂ ਦਾ ਨਾ ਪੈ ਜਾਵੇ ਜਿਹੜੇ ਲੀਡਰ ਸਾਡੇ ਧਰਮ ਨੂੰ, ਸਾਡੇ ਸੱਭਿਆਚਾਰ ਨੂੰ ਖਤਮ ਕਰਨ ਵਾਸਤੇ ਦਿਨ ਆਏ ਦਿਨ ਨਵੀਂ ਨੀਤੀ ਅਪਣਾ ਰਹੇ ਨੇ। ਤੇ ਆਉਣ ਵਾਲੇ ਸਮੇਂ ਅੰਦਰ ਦੇਖਦੇ ਹਾਂ ਕਿੰਨਾ ਕੁ ਇਨਸਾਫ ਸਾਨੂੰ ਮਿਲਦਾ ਹੈ, ਜਾਂ ਵੀਰ ਰਜਿੰਦਰ ਸਿੰਘ ਜੀ ਆਪਣੀ ਗੁਹਾਰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਦੇ ਆ, ਐਸਜੀਪੀਸੀ ਦੇ ਪ੍ਰਧਾਨ ਨੂੰ ਮਿਲਦੇ ਆ, ਕਿ ਉਹ ਇਨਸਾਫ ਦਿਵਾਉਣ ਨੂੰ ਜਾਂ ਉਹਨਾਂ ਦੀ ਗਲਤੀ ਨੂੰ ਅਹਿਸਾਸ ਕਰਾਉਣ ਦੀ ਹਿੰਮਤ ਰੱਖਦੇ ਆ ਕਿ ਨਹੀਂ ਰੱਖਦੇ, ਆਉਣ ਵਾਲੇ ਸਮੇਂ ਅੰਦਰ ਹੀ ਪਤਾ ਲੱਗੇਗਾ। ਕਿਸੇ ਨਵੀਂ ਸ਼ਖਸੀਅਤ, ਨਵੇਂ ਮੁੱਦੇ ਤੇ ਦੁਬਾਰਾ ਤੋਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਆ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।